ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰੂ ਵਚਨ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨਾ ਸਿਰ ਚਰਨਨ ਪਰ ਤਾਰ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਤੋਹੇਰਾ ਸਾਹੋ ਸਭਾ ਮੈਂ ਸੋ ਜਸ ਸੁਣ ਸ਼੍ਰੀ ਹਰਿ ਕ੍ਰਿਸ਼ਨ ਬਸਾਲ ਕਰਾਮਾਤ ਸਹਿਬ ਧਨੀ ਦਰਸ਼ਨ ਤੇ ਦੁਖ ਟਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ। ਸਾਨੂੰ ਸੁਭਾਗ ਭਰਿਆ ਸਮਾਂ ਅਕਾਲ ਪੁਰਖ ਨੇ ਬਖਸ਼ਿਆ ਹੈ। ਗੁਰੂ ਜੀ ਦੀ ਕਿਰਪਾ ਦੇ ਸਦਕਾ ਲੜੀਵਾਰ ਅਸੀਂ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਿੰਨਾਂ ਦੇ ਪਾਵਨ ਇਤਿਹਾਸ ਨੂੰ ਸਰਵਣ ਕਰ ਰਹੇ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਸ ਰਾਜਾ ਜੈ ਸਿੰਘ ਚੱਲ ਕੇ ਆਇਆ। ਬਾਦਸ਼ਾਹ ਦੇ ਦਰਬਾਰ ਵਿੱਚ ਬਾਬਾ ਰਾਮ ਰਾਏ ਜੀ ਦੀ ਕੀਤੀ ਹੋਈ ਈਰਖਾ ਦੇ ਸੰਬੰਧ ਵਿੱਚ ਦੱਸਿਆ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ, ਜੋ ਕੋਈ ਵੀ ਇਨਸਾਨ ਕਿਸੇ ਦਾ ਬੁਰਾ ਸੋਚਦਾ ਹੈ, ਦਿਲ ਵਿੱਚ ਬੁਰਾ ਲੋਚਦਾ ਹੈ, ਇਹ ਅਕਾਲ ਪੁਰਖ ਦੀ ਮਰਿਆਦਾ ਹੈ ਕਿ ਉਸ ਦਾ ਬੀਜਿਆ ਹੋਇਆ ਉਸ ਨੂੰ ਵੱਢਣਾ ਪੈਂਦਾ ਤੇ ਖਾਣਾ ਪੈਂਦਾ ਹੈ। ਇਸ ਪ੍ਰਕਾਰ ਬਾਬਾ ਰਾਮ ਰਾਏ ਜੀ
ਜੋ ਦਿਲ ਵਿੱਚ ਈਰਖਾ ਕਰਦੇ ਨੇ ਵੱਡੇ ਭਰਾ, ਜੇ ਉਹ ਇਦਾਂ ਹੀ ਕਰਦੇ ਰਹਿਣਗੇ ਉਹਨਾਂ ਨੂੰ ਇਹ ਵਾਪਸ ਮਿਲੇਗਾ। ਭਾਵ ਕਿ ਕਿਸੇ ਬਾਰੇ ਮਾੜਾ ਸੋਚਣ ਵਾਲੇ ਦਾ ਖੁਦ ਦਾ ਹੀ ਬੁਰਾ ਹੁੰਦਾ ਹੈ। ਸੰਤਾਨ ਦਾ ਸੁੱਖ ਇਹਨਾਂ ਨੂੰ ਨਹੀਂ ਮਿਲ ਪਾਵੇਗਾ। ਦੂਜਿਆਂ ਦੀ ਮੌਤ ਬਾਰੇ ਦੱਸਦੇ ਨੇ ਤੇ ਇਹਨਾਂ ਨੂੰ ਖੁਦ ਦੀ ਮੌਤ ਦਾ ਵੀ ਨਹੀਂ ਪਤਾ ਲੱਗੇਗਾ। ਇਸ ਪ੍ਰਕਾਰ ਗੁਰੂ ਜੀ ਨੇ ਆਉਣ ਵਾਲੇ ਸਮੇਂ ਬਾਰੇ ਦੱਸਿਆ। ਸੰਗਤਾਂ ਨੇ, ਸਿੱਖਾਂ ਨੇ ਬਚਨ ਸੁਣੇ। ਰਾਜਾ ਜੈ ਸਿੰਘ ਫਿਰ ਉੱਥੋਂ ਉੱਠ ਕੇ ਚਲਾ ਗਿਆ। ਬਾਦਸ਼ਾਹ ਦੇ ਦਰਬਾਰ ਵਿੱਚ ਸਿਰ ਨਵਾ ਕੇ ਅੰਦਰ ਪ੍ਰਵੇਸ਼ ਕਰ ਗਿਆ। ਉੱਥੇ ਵੱਡੇ ਵੱਡੇ ਉਮਰਾਵ ਬੈਠੇ ਸੀ। ਫਿਰ ਜਾ ਕੇ ਬਾਦਸ਼ਾਹ ਨੂੰ ਮਿਲਣਾ ਕੀਤਾ। ਇਹ ਵਾਲਾ ਪ੍ਰਸੰਗ ਆਪ ਜੀ ਨੇ ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਸੋ ਹੁਣ ਅੱਗੇ ਔਰੰਗਜ਼ੇਬ ਰਾਜਾ ਜੈ ਸਿੰਘ ਦੇ ਨਾਲ ਵਿਚਾਰ ਕਰਕੇ ਅੱਗੇ ਕੀ ਕਰਦਾ ਹੈ, ਆਪਣੇ ਸ਼ਹਿਜ਼ਾਦੇ ਨੂੰ ਕਿਵੇਂ ਭੇਜਦਾ ਗੁਰੂ ਜੀ ਦੇ ਪਾਸ, ਇਸੇ ਪ੍ਰਸੰਗ ਵਿੱਚ ਹੀ ਆ ਰਿਹਾ ਹੈ। ਆਓ ਮਨ ਨੂੰ ਕਰੀਏ ਇਕਾਗਰ, ਬਿਰਤੀਆਂ ਨੂੰ ਜੋੜੀਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਤੇ ਸ੍ਰੀ ਗੁਰੂ ਜੀ ਕਾ ਜੋ ਪਾਵਨ ਇਤਿਹਾਸ ਹੈ 8ਵੇਂ ਪਾਤਸ਼ਾਹ ਜੀ ਦਾ ਮਨ ਲਾ ਕੇ ਕਰੀਏ ਜੀ ਸਰਵਣ। ਦੋਹੇਰਾ ਸਾਹੋ ਸਭਾ ਮੈਂ ਸੋ ਜਸ ਸੁਣ, ਸ੍ਰੀ ਹਰਿ ਕ੍ਰਿਸ਼ਨ ਵਸਾਲ। ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸਭਾ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਸ ਸੋਭਾ ਨੂੰ ਸੁਣਿਆ ਹੈ। ਕਰਾਮਾਤ ਸਹਿਬਤਨੀ ਦਰਸ਼ਨ ਤੇ ਦੁਖ ਟਾਲ। ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜਿਹੜੇ ਹਨ ਉਹ ਵੱਡੀ ਕਰਾਮਾਤ ਦੇ ਧਨੀ ਹਨ ਤੇ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਦੁੱਖ ਦਰਦ ਜਿਹੜੇ ਹੁੰਦੇ ਨੇ, ਰੋਗ ਸੋਗ ਜਿਹੜੇ ਹੁੰਦੇ ਨੇ ਦੂਰ ਹੋ ਜਾਂਦੇ ਹਨ। ਜੋ ਪਈ ਕਹਿਤ ਸਾਹੋ ਮਨ ਪ੍ਰੇਮ ਵਡਾਈ। ਜਿਹੜਾ ਬਾਦਸ਼ਾਹ ਹੈ ਨਾ, ਉਹਨੇ ਮਨ ਦੇ ਵਿੱਚ ਬੜਾ ਪ੍ਰੇਮ ਵਧਾ ਕੇ ਕਹਿਣਾ ਕੀਤਾ ਹੈ। ਸੁਣੀਏ ਪਉ-ਜੈ ਸਿੰਘ ਸਮਾਈ। ਕਹਿਣ ਲੱਗਾ, ਸੁਣੋ ਹੇ ਜੈ ਸਿੰਘ ਰਾਜਾ ਜੀ, ਇਹ ਮੇਰੀ ਇੱਕ ਬੇਨਤੀ ਆ, ਸੁਣਨੀ ਕਰੋ ਹੁਣ। ਹਮਰੇ ਸੰਗ ਮੇਲ ਕਿਮ ਹੋਏ। ਕਹਿੰਦੇ ਉਹ ਗੁਰੂ ਦੇ ਨਾਲ ਦੱਸੋ ਕਿਵੇਂ ਸਾਡਾ ਮੇਲ ਹੋ ਸਕਦਾ ਹੈ, ਜਿਹਦੇ ਦਰਸ਼ਨ ਕਰਕੇ ਦੁੱਖ ਦੂਰ ਹੋ ਜਾਂਦੇ ਹਨ। ਹਰਕਤ ਹੋਈ ਚਾਹੇ ਕਹਿ ਨਹਿ ਸੋਏ। ਕੀ ਜਿਹੜੇ ਗੁਰੂ ਹਰਿਕ੍ਰਿਸ਼ਨ ਜੀ ਨੇ, ਬਾਦਸ਼ਾਹ ਔਰੰਗਜ਼ੇਬ ਰਾਜਾ ਜੈ ਸਿੰਘ ਤੋਂ ਪੁੱਛਦਾ ਹੈ ਕੀ ਉਹ ਸਾਡੇ ਨਾਲ ਮੇਲ ਕਰਨਾ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਹਨ। ਸੋਪ ਸਰੀਰ ਆਰ ਬਲ ਬਾਲ। ਚੰਦਰਮਾ ਦੇ ਵਾਂਗ ਉਹਨਾਂ ਦਾ ਪਿਆਰਾ ਰੂਪ ਹੈ ਤੇ ਬਾਲ ਉਹਨਾਂ ਦੀ ਉਮਰ ਹੈ। ਔਰ ਗੰਭੀਰ ਸਬੀਰ ਵਸਾਲ। ਹਿਰਦੇ ਦੇ ਵਿੱਚ ਬੜੇ ਗੰਭੀਰ ਹਨ, ਵਿਸ਼ਾਲ ਧੀਰਜਵਾਨ ਹਨ, ਭਾਵ ਕਿ ਵੱਡੇ ਦਿਲ ਵਾਲੇ ਹਨ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ। ਏਕ ਬਾਰ ਮਿਲ ਬੋ ਕੈ ਲੀਜੈ। ਇਸ ਕਰਕੇ ਬਾਦਸ਼ਾਹ ਜੀ ਇੱਕ ਵਾਰ ਮਿਲਣ ਵਾਸਤੇ ਕਹਿ ਲਵੋ ਗੁਰੂ ਸਾਹਿਬ ਜੀ, ਹੋ ਸਕਦਾ ਬੇਨਤੀ ਸੁਣ ਕੇ ਆ ਜਾਵਣ। ਤਿਨ ਪਰ ਸੰਤਾ ਜੁਤ ਠਹਿਰੀਜੈ। ਬਹੁਤ ਹੀ ਪ੍ਰਸੰਨਤਾ ਦੇ ਨਾਲ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਹਨਾਂ ਨੂੰ ਮਿਲਣ ਵਾਸਤੇ ਮਨਾਉਣਾ ਕਰੋ ਹੁਣ। ਜੈ ਪਰ ਨਾਥ ਕਹਿਤ ਕਰ ਜੋਰੇ। ਇਹ ਜਿਹੜਾ ਜੈਪੁਰ ਰਿਆਸਤ ਦਾ ਰਾਜਾ ਹੈ, ਰਾਜਾ ਜੈ ਸਿੰਘ, ਇਹਨੇ ਫਿਰ
ਬਾਦਸ਼ਾਹ ਦੇ ਅੱਗੇ ਹੱਥ ਜੋੜ ਕੇ ਆਖਣਾ ਕੀਤਾ ਹੈ। ਕਿਸੋਂ ਪਠਾਓ ਸਤਿਗੁਰ ਓਰੇ। ਕਹਿਣ ਲੱਗਾ, ਇਉਂ ਕਰੋ, ਕਿਸੇ ਨੂੰ ਨਾ ਬਾਦਸ਼ਾਹ ਜਹਾਂ ਪਨਾਹ ਸਤਿਗੁਰੂ ਜੀ ਦੇ ਪਾਸ ਭੇਜੋ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ ਨਾ, ਇਸ ਕਰਕੇ ਤੁਸੀਂ ਕਿਸੇ ਨੂੰ ਉਹਨਾਂ ਦੇ ਪਾਸ ਭੇਜੋ, ਬੇਨਤੀ ਕਰੋ ਇੱਥੇ ਬੁਲਾਉਣ ਲਈ। ਮੈਂ ਗਵਨੋ ਸੰਗ 부ਝੇ ਜਾਈ। ਜਿਸ ਨੂੰ ਤੁਸੀਂ ਭੇਜੋਗੇ ਮੈਂ ਉਹਦੇ ਨਾਲ ਚਲਾ ਜਾਵਾਂਗਾ। ਇਤਨਾ ਮੈਂ ਕਰ ਸਕਦਾ ਹਾਂ। ਫਿਰ ਅਸੀਂ ਜਾ ਕੇ ਗੁਰੂ ਜੀ ਦੇ ਪਾਸ ਜਮ ਹੋਏ ਮਰਜੀ ਦੇ ਬਤਾਈ। ਫਿਰ ਜਿਵੇਂ ਗੁਰੂ ਜੀ ਦੀ ਮਰਜ਼ੀ ਹੁੰਦੀ ਹੈ ਉਸ ਪ੍ਰਕਾਰ ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਉਹ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣਾ ਚਾਹੁੰਦੇ ਨੇ ਕਿ ਨਹੀਂ। ਇਵੇਂ ਤੁਸੀਂ ਕੋਈ ਆਪਣਾ ਭਰੋਸੇਯੋਗ ਜੀਤੇ ਤੁਹਾਨੂੰ ਭਰੋਸਾ ਨਾ, ਉਹਨੂੰ ਨਾਲ ਭੇਜੋ। ਮੈਂ ਰਾਜਾ ਜੈ ਸਿੰਘ ਕਹਿੰਦਾ ਉਹਦੇ ਨਾਲ ਜਾਵਾਂਗਾ। ਗੁਰੂ ਸਾਹਿਬ ਜੀ ਜੋ ਕਹਿਣਗੇ, ਉਹਨਾਂ ਦੀ ਮਰਜ਼ੀ ਕੀ ਆ ਉਹ ਆ ਕੇ ਦੱਸ ਦੇਵਾਂਗੇ ਤੁਹਾਨੂੰ। ਮਿਲਬੋ ਠਹਿਰੇ ਤੋ ਚੱਲ ਆਵੈ। ਜੇ ਗੁਰੂ ਜੀ ਤੁਹਾਨੂੰ ਮਿਲਣਾ ਮੰਨ ਜਾਣਗੇ ਨਾ ਤਾਂ ਚੱਲ ਕੇ ਸਾਡੇ ਨਾਲ ਹੀ ਆ ਜਾਣਗੇ। ਫਿਰ ਨਾਹੇ ਤਰਾਵਰ ਤਹਾਂ ਸਦਾਵੈ। ਜੇ ਗੁਰੂ ਜੀ ਨਹੀਂ ਆਉਣਗੇ ਤਾਂ ਤੁਸੀਂ ਇਦਾਂ ਕਰਨਾ, ਆਪ ਉੱਥੇ ਚੱਲ ਕੇ ਜਾਣਾ ਜੀ। ਵਰਤੇ ਨਿਜ ਇੱਛਾ ਅਨੁਸਾਰੀ। ਗੁਰੂ ਸਾਹਿਬ ਜੀ ਹਮੇਸ਼ਾ ਆਪਣੀ ਇੱਛਾ ਦੇ ਅਨੁਸਾਰ ਹੀ ਵਰਤਾਰਾ ਕਰਦੇ ਹੁੰਦੇ ਨੇ। ਗੁਰੂ ਸਾਹਿਬ ਜੀ ਦੱਸੇ ਹੋਏ ਸਿਧਾਂਤਾਂ ਦੇ ਅਨੁਸਾਰ ਚੱਲਦੇ ਹਨ। ਗੁਰੂ ਨਾਨਕ ਜੀ ਦੇ ਬੋਲਬ ਮੈਂ ਚਾਤਰਤ ਮਤ ਭਾਰੀ। ਭਾਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਆਯੂ ਹੈ, ਉਮਰ ਹੈ, ਭਾਵੇਂ ਉਹ ਬੜੀ ਛੋਟੀ ਹੈ, ਪਰ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਤੇ ਸਿਆਣਪ ਹੈ, ਚਤਰਾਈ ਹੈ। ਭਾਵ ਕਿ ਗੱਲਬਾਤ ਕਰਨ ਦਾ ਇੱਕ ਢੰਗ ਹੈ। ਬਹੁਤ ਸੋਹਣੀ ਜਹੀਨ ਬੁੱਧੀ ਦੇ ਮਾਲਕ ਹਨ। ਲੱਖੋਂ ਸੰਗਤ ਦਰਸ਼ਨ ਪਾਵੈ। ਇਵੇਂ ਲੱਖਾਂ ਦੀ ਗਿਣਤੀ ਵਿੱਚ ਆ ਕੇ ਨਾ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰਦੀ ਹੈ। ਕੋਸ ਹਜ਼ਾਰਨ ਤੇ ਚੱਲ ਆਵੈ। ਹਜ਼ਾਰਾਂ ਕੋਹਾਂ ਤੋਂ ਚੱਲ ਕੇ ਆਉਂਦੀ ਹੈ ਸੰਗਤ। ਕੋਹਾਂ ਹਜ਼ਾਰਾਂ ਤੋਂ ਦੂਰ ਦੂਰ ਬਾਟਾਂ ਤੈਅ ਕਰਕੇ ਬਾਲੜੇ ਪ੍ਰੀਤਮ ਜੀ ਦੇ ਦਰਸ਼ਨ ਕਰਦੀਆਂ ਹਨ ਸੰਗਤਾਂ। ਕਹੇ ਆਨ ਹਮ ਸੰਕਟ ਪਰਿਓ। ਫਿਰ ਆ ਕੇ ਕਹਿੰਦੇ ਸੀ ਕਿ ਸਾਡੇ ਘਰ ਵਿੱਚ ਕੋਈ ਗੱਲ ਹੋ ਗਈ, ਵਿਪਤਾ ਜਦੋਂ ਪੈ ਗਈ ਸੀ ਉਸ ਵਕਤ। ਜਿਸ ਥਲ ਮਨ ਮੈਂ ਸਿਮਰਨ ਕਰਿਓ। ਉਸ ਜਗ੍ਹਾ ਤੇ ਖੜ ਕੇ ਫਿਰ ਨਾ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਹਾਨੂੰ ਯਾਦ ਕੀਤਾ ਹੈ। ਇਹਦੇ ਨਾਲ ਯਾਦ ਕਰਨ ਦੇ ਨਾਲ ਉਹ ਸੰਕਟ ਦੂਰ ਹੋ ਗਏ ਹਨ। ਪੈਸ ਹੈ ਕਤਹਿ ਤਤਕਾਲਾ। ਕਹਿੰਦੇ ਤੁਰੰਤ ਹੀ ਜਿੱਥੇ ਘਰੇ ਬੈਠੇ ਵਿਪਤਾ ਪੈ ਗਈ, ਗੁਰੂ ਹਰਿਕ੍ਰਿਸ਼ਨ ਜੀ ਨੂੰ ਯਾਦ ਕੀਤਾ, ਉਹ ਆ ਕੇ ਸਾਡੇ ਸਹਾਇਕ ਬਣ ਗਏ ਹਨ। ਕਟ ਕਸ਼ਟ ਕੋ ਕੀਓ ਸਖਾਲਾ। ਉਹਨਾਂ ਨੇ ਫਿਰ ਕਸ਼ਟਾਂ ਨੂੰ ਕੱਟ ਕੇ ਸਾਨੂੰ ਸੁਖੀ ਬਣਾ ਦਿੱਤਾ ਹੈ। ਕੋ ਕੈ ਮੇਰੋ ਪੁੱਤਰ ਆਪੰਨਾ। ਕੋਈ ਕਹਿੰਦਾ ਹੈ ਕਿ ਮੇਰੇ ਘਰ ਵਿੱਚ ਪੁੱਤਰ ਪੈਦਾ ਹੋਇਆ ਹੈ। ਇਹ ਜਿਹੜੀ ਦਾਤ ਹੈ ਨਾ, ਇਹ ਗੁਰੂ ਹਰਿਕ੍ਰਿਸ਼ਨ ਜੀ ਨੇ ਮੈਨੂੰ ਬਖਸ਼ੀ ਹੈ। ਪੈ ਮੋਹਿ ਪਰ ਗੁਰੂ ਪਰਸਨਾ। ਕਿਉਂਕਿ ਪੁੱਤਰ ਦੀ ਦਾਤ ਗੁਰੂ ਹਰਿਕ੍ਰਿਸ਼ਨ ਜੀ ਨੇ ਮੇਰੇ ਤੇ ਪ੍ਰਸੰਨ ਹੋ ਕੇ ਮੈਨੂੰ ਦਿੱਤੀ ਹੈ ਜੀ। ਇਤਿਆ ਤਕ ਭਾਖਤ ਅਰਦਾਸ। ਇਵੇਂ ਜਿਹੜੇ ਸਿੱਖ ਨੇ ਜਦੋਂ ਘਰ ਵਿੱਚ ਦੁੱਖ ਆਉਂਦਾ ਹੈ ਜਾਂ ਵਿਪਤਾ ਪੈਂਦੀ ਆ, ਉਹ ਅਰਦਾਸਾਂ ਕਰਦੇ ਨੇ ਗੁਰੂ ਜੀ ਦੇ ਅੱਗੇ। ਅੰਤਰਜਾਮੀ ਪੂਰੇ ਆਸ। ਜਿਹੜੇ ਅੰਤਰਜਾਮੀ ਗੁਰੂ ਜੀ ਹਨ ਨਾ, ਫਿਰ ਉਹਨਾਂ ਦੀ ਜਿਹੜੀ ਆਸ ਆ, ਉਹਨਾਂ ਦੀ ਜਿਹੜੀ ਇੱਛਾ ਹੈ,
ਉਹਨਾਂ ਦੀ ਜਿਹੜੀ ਕਾਮਨਾ ਹੈ ਗੁਰੂ ਹਰਿਕ੍ਰਿਸ਼ਨ ਜੀ ਪੂਰੀ ਕਰਦੇ ਹਨ। ਦੇਸ ਵਿਦੇਸਨ ਮਹਿਮਾ ਭਾਰੀ। ਦੇਸ਼ਾਂ 'ਚ ਕੀ ਵਿਦੇਸ਼ਾਂ 'ਚ ਵੀ ਗੁਰੂ ਦੀ ਵੱਡੀ ਮਹਿਮਾ ਹੋ ਰਹੀ ਹੈ ਹੁਣ ਤਾਂ। ਹੋਤ ਸੁਣੀ ਅਰ ਨੈਣ ਨਿਹਾਰੀ। ਸਿੱਖਾਂ ਨੇ ਮਹਿਮਾ ਹੁੰਦੀ ਸੁਣੀ ਵੀ ਆ, ਅੱਖਾਂ ਦੇ ਨਾਲ ਤੱਕੀ ਵੀ ਆ। ਪੰਜੋਖਰੇ ਦੇ ਵਿੱਚ ਜਿਹੜਾ ਲਾਲ ਚੰਦ ਬ੍ਰਾਹਮਣ ਸੀ ਹੰਕਾਰਿਆ ਹੋਇਆ, ਉਹਨੇ ਜਦੋਂ ਮਹਾਰਾਜ ਨੂੰ ਆਖਿਆ ਸੀ ਨਾਮ ਤਾਂ ਐਡਾ ਵੱਡਾ ਰੱਖੀ ਫਿਰਦੇ ਹੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਇੱਦਾਂ ਫਿਰ ਕਹਿਣ ਲੱਗੇ ਦੁਆਪਰ ਯੁੱਗ ਵਿੱਚ ਹੋਏ। ਇਸ ਕਰਕੇ ਕ੍ਰਿਸ਼ਨ ਦੀ ਗੀਤਾ ਦੇ ਅਰਥੀ ਕਰਕੇ ਦੱਸ ਦੋ ਤਾਂ ਮੰਨਾ ਵੀ ਤੁਸੀਂ ਹਰਿਕ੍ਰਿਸ਼ਨ ਹੋ, ਗੁਰੂ ਨਾਨਕ ਦੇ ਅਵਤਾਰ ਹੋ। ਗੁਰੂ ਸਾਹਿਬ ਜੀ ਕਹਿਣ ਲੱਗੇ ਲਾਲ ਚੰਦ ਨੂੰ, ਬ੍ਰਾਹਮਣ ਨੂੰ, ਕਿ ਇਉਂ ਕਰੋ ਤੁਸੀਂ ਜਿਸ ਨੂੰ ਵੀ ਲੈ ਆਵੋਗੇ ਉਹਦੇ ਤੋਂ ਅਰਥ ਕਰਾ ਦੇਵਾਂਗੇ। ਜੇ ਅਸੀਂ ਖੁਦ ਕਰ ਦਿੱਤੇ ਤੁਸੀਂ ਕਹਿਣਾ ਕਿਸੇ ਤੋਂ ਸਿੱਖੇ ਹੋਣੇ ਨੇ ਤਾਂ ਵੀ ਤੁਹਾਡਾ ਸ਼ੰਕਾ ਨਹੀਂ ਮਿਟੇਗਾ। ਤੇ ਇੱਕ ਬਿਲਕੁਲ ਸਿੱਧਰਾ ਬੰਦਾ, ਸਿੱਧਾ ਸਾਦਾ ਭੋਲਾ ਭਾਲਾ, ਨਾਮ ਸੀ ਛੱਜੂ ਝੀਵਰ, ਉਹਨੂੰ ਲਿਆ ਕੇ ਸਾਹਮਣੇ ਬਿਠਾਇਆ। ਗੁਰੂ ਮਹਾਰਾਜ ਨੇ ਆਪਦੀ ਛੜੀ ਉਹਦੇ ਸਿਰ ਤੇ ਰੱਖੀ, ਉਹਦੇ ਤੋਂ ਗੀਤਾ ਦੇ ਅਰਥ ਕਰਵਾਏ। ਗੁਰੂ ਜੀ ਦੀ ਮਹਿਮਾ ਹੁੰਦੀ ਸੁਣੀ ਵੀ ਆ, ਸਿੱਖਾਂ ਨੇ ਅੱਖਾਂ ਦੇ ਨਾਲ ਦੇਖੀ ਵੀ ਪੰਜੋਖਰੇ ਦੇ ਵਿੱਚ। ਜਦੋਂ ਇੱਕ ਆਮ ਸਧਾਰਨ ਅਨਪੜ੍ਹ ਬੰਦੇ ਤੋਂ ਗੀਤਾ ਦੇ ਅਰਥ ਕਰਵਾਏ ਹਨ। ਕਹੇ ਆਪ ਕੇ ਕਾਰਜ ਕੀਨਾ। ਇਸ ਕਰਕੇ ਕਹਿਣ ਲੱਗੇ ਰਾਜਾ ਜੈ ਸਿੰਘ ਜੀ ਕਿ ਆਪ ਜੀ ਦੇ ਕਹਿਣ ਤੇ ਕਾਰਜ ਕਰਨਾ ਹੈ। ਇਸ ਕਰਕੇ ਗੁਰੂ ਜੀ ਨੂੰ ਜੇ ਬੁਲਾਉਣਾ ਚਾਹੁੰਦੇ ਹੋ ਬਾਦਸ਼ਾਹ ਔਰੰਗਜ਼ੇਬ, ਬੇਨਤੀ ਕਰਕੇ ਸੱਦਿਆ ਜਾ ਸਕਦਾ ਹੈ। ਪ੍ਰੇਮ ਧਾਰ ਮੈਂ ਨਰਪਟ ਦੀਨਾ। ਕਹਿੰਦੇ ਬੜਾ ਪ੍ਰੇਮ ਧਾਰ ਕੇ ਤਾਂ ਮੈਂ ਇੱਕ ਮਨੁੱਖ ਭੇਜਿਆ ਸੀ। ਰਾਜਾ ਜੈ ਸਿੰਘ ਕਹਿਣ ਲੱਗਾ ਜੇ ਅੱਜ ਗੁਰੂ ਸਾਹਿਬ ਮੇਰੇ ਬੰਗਲੇ ਵਿੱਚ ਆਏ ਨੇ, ਜਿੱਥੇ ਅੱਜ ਬੰਗਲਾ ਸਾਹਿਬ ਗੁਰਦੁਆਰਾ ਬਣਿਆ ਹੋਇਆ, ਉਹ ਪਹਿਲਾਂ ਰਾਜਾ ਜੈ ਸਿੰਘ ਦਾ ਅਸਲ ਬੰਗਲਾ ਸੀ। ਇੱਕ ਰਾਜੇ ਦੀ ਰਿਆਸਤ ਸੀ, ਜੈਪੁਰ ਦਾ ਰਾਜਾ ਸੀ ਰਾਜਾ ਜੈ ਸਿੰਘ ਸਵਾਈ, ਤੇ ਉੱਥੇ ਇਹਦਾ ਬੰਗਲਾ ਬਣਿਆ ਹੋਇਆ ਸੀ। ਕਹਿਣ ਲੱਗਾ ਔਰੰਗਜ਼ੇਬ ਨੂੰ ਜੇ ਗੁਰੂ ਜੀ ਅੱਜ ਮੇਰੇ ਬੰਗਲੇ ਵਿੱਚ ਆਏ ਨੇ, ਉਹ ਬੇਨਤੀ ਕਰਨ ਦੇ ਕਰਕੇ ਹੀ ਤਾਂ ਆਏ ਹਨ। ਅਨਕੋ ਪੈਨ ਬਿਨੈ ਸਮੇਤ। ਅਨੇਕਾਂ ਉਪਹਾਰਾਂ ਦੇ ਕੇ ਬੇਨਤੀਆਂ ਸਹਿਤ ਮੈਂ ਭੇਜਿਆ ਸੀ ਇੱਕ ਦੂਤ ਨੂੰ। ਹੀਤ ਅਬਾਹਨ ਪਠੀ ਨਕੇਤ। ਉਹ ਗੁਰੂ ਜੀ ਨੂੰ ਕੀਰਤਪੁਰ ਤੋਂ ਇੱਥੇ ਲਿਆਉਣ ਲਈ ਜਦੋਂ ਉਹਨਾਂ ਦੇ ਘਰ ਵਿੱਚ ਗਿਆ ਸੀ। ਮੋਹੇ ਦੂਤ ਕਰ ਅਨਕੋ ਪਾਈ। ਮੇਰੇ ਭੇਜੇ ਦੂਤ ਨੇ ਅਨੇਕਾਂ ਹੀ ਉਪਾਅ ਕੀਤੇ ਨੇ, ਭਾਵ ਕਿ ਅਨੇਕਾਂ ਯਤਨ ਕੀਤੇ ਹਨ। ਆਨੇ ਪੁਰ ਮੈਂ ਹਿਤ ਅਧਕਾਏ। ਉਹਨਾਂ ਨੂੰ ਉਹਨਾਂ ਦੀ ਆਗਿਆ ਦੇ ਅਨੁਸਾਰ ਗੁਰੂ ਜੀ ਨੂੰ ਭਾਵ ਕਿ ਇੱਥੇ ਲਿਆਉਣਾ ਕੀਤਾ ਹੈ। ਕਹਿਤ ਸਾਹੂ ਕੋ ਕਿਸੇ ਪਠਾਵੇ। ਬਾਦਸ਼ਾਹ ਕਹਿਣ ਲੱਗਾ ਤੁਸੀਂ ਦੱਸੋ ਰਾਜਾ ਜੈ ਸਿੰਘ। ਔਰੰਗਜ਼ੇਬ ਕਹਿੰਦਾ ਕਿਹਨੂੰ ਭੇਜੀਏ ਆਪਾਂ, ਕਿਸ ਨੂੰ ਭੇਜਿਆ ਜਾਵੇ ਗੁਰੂ ਜੀ ਦੇ ਪਾਸ ਜੋ ਭਰੋਸੇਯੋਗ ਹੋਵੇ, ਜੋ ਗੁਰੂ ਜੀ ਨੂੰ ਬੇਨਤੀ ਕਰਕੇ ਲਿਆ ਸਕਦਾ ਹੋਵੇ। ਹਮ ਪੀ ਬਹੁ ਉਪਹਾਰ ਚੜਾਵੇ। ਅਸੀਂ ਵੀ ਕਹਿੰਦੇ ਗੁਰੂ ਜੀ ਨੂੰ ਬਹੁਤ ਉਪਹਾਰ ਦੇ ਦੇਵਾਂਗੇ, ਜਿਵੇਂ ਰਾਜਾ ਜੈ ਸਿੰਘ ਤੁਸੀਂ ਦਿੱਤੇ ਸੀ ਨਾ, ਹੋ ਸਕਦਾ ਗੁਰੂ ਜੀ ਉਹਨਾਂ ਨਾਲ ਹੀ ਆ ਜਾਣਗੇ। ਇਤਨੇ ਵਿਖੇ ਸਜਾਦਾ ਆਇਓ। ਇੰਨੇ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ ਸ਼ਹਿਜ਼ਾਦਾ ਜਿਹੜਾ ਸੀ, ਜਿਹਦੀ ਉਮਰ ਛੋਟੀ ਹੋਈ ਆ ਉਦੋਂ, ਗੁਰੂ ਸਾਹਿਬ ਦੇ ਬਰਾਬਰ ਦੀ ਹੀ ਲਗਭਗ, ਉਹ ਆਉਣਾ ਕੀਤਾ ਉਸਨੇ ਸਭਾ ਦੇ ਵਿੱਚ। ਪੁੱਤਰ ਭੇਖ ਕਰ ਔਰ ਹਰ ਖਾਇਓ। ਪੁੱਤਰ ਨੂੰ ਦੇਖ ਕੇ ਔਰੰਗਜ਼ੇਬ ਦਾ ਜਿਹੜਾ ਦਿਲ ਸੀ ਬਹੁਤ ਪ੍ਰਸੰਨ ਹੋਇਆ ਹੈ। ਅੰਕਲੀ ਕਰ ਕਹਿਓ ਲੜਾਈ। ਗੋਦ ਵਿੱਚ ਲੈ ਕੇ ਲਾਡ ਕਰਕੇ ਕਹਿਣਾ ਕੀਤਾ ਆਪਣੇ ਪੁੱਤਰ ਨੂੰ। ਤੁਮ ਹੀ ਗਵਨੋ ਗੁਰੂ ਨਿਕਟਾਏ। ਕਹਿਣ ਲੱਗੇ ਤੁਸੀਂ ਹੀ ਗੁਰੂ ਜੀ ਦੇ ਪਾਸ ਜਾਓ, ਬੇਨਤੀਆਂ ਕਰੋ, ਕਿਉਂਕਿ ਤੁਸੀਂ ਉਹਨਾਂ ਦੇ ਵਾਂਗ ਲੱਗਦੇ ਹੋ। ਸੁਣਿਆ ਔਰੰਗਜ਼ੇਬ ਕਹਿੰਦਾ ਉਹਨਾਂ ਦੀ ਉਮਰ ਬੜੀ ਛੋਟੀ ਹੈ, ਕਿਉਂਕਿ ਔਰੰਗਜ਼ੇਬ ਨੂੰ
ਦਰਸ਼ਨ ਨਹੀਂ ਹੋਏ। ਗੁਰੂ ਹਰਿ ਰਾਏ ਸਾਹਿਬ ਜੀ ਨੇ ਵੀ ਦਰਸ਼ਨ ਨਹੀਂ ਦਿੱਤੇ ਕਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਕਦੇ ਦਰਸ਼ਨ ਨਹੀਂ ਦਿੱਤੇ, ਕਿਉਂਕਿ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੇ ਬਚਨ ਕਮਾਏ ਨੇ। ਫਿਰ ਇਹ ਕਹਿਣ ਲੱਗਾ ਗੋਦ ਵਿੱਚ ਲੈ ਕੇ ਆਪਣੇ ਸ਼ਹਿਜ਼ਾਦੇ ਨੂੰ ਕਿ ਤੂੰ ਹੀ ਗੁਰੂ ਜੀ ਦੇ ਪਾਸ ਚਲਾ ਜਾ ਹੁਣ। ਜਮ ਬਾਲਕ ਬੈ ਆਏ ਤਿਆਰੀ। ਕਹਿੰਦੇ ਜਿਵੇਂ ਤੇਰੀ ਨਿਆਣੀ ਉਮਰ ਹੈ, ਤੂੰ ਵੀ ਇੱਕ ਬਾਲਕ ਆਂ, ਉਵੇਂ ਹੀ ਗੁਰੂ ਹਰਿਕ੍ਰਿਸ਼ਨ ਜੀ ਸੁਣਿਆ ਹੈ। ਤੈਮ ਗੌਰ ਹਿੰਦੂਆਂ ਕੀ ਇੱਕ ਸਾਰੀ। ਇਵੇਂ ਜਿਹੜੇ ਸਿੱਖਾਂ ਦੇ ਗੁਰੂ ਨੇ, ਹਿੰਦੂਆਂ ਦੇ ਗੁਰੂ ਨੇ, ਭਾਵ ਉਹਨਾਂ ਦੀ ਉਮਰ ਤੇਰੇ ਸਮਾਨ ਹੈ, ਤੇਰੇ ਵਰਗੀ ਹੈ। ਇਹ ਕਰ ਕੇ ਵੀ ਬਾ ਭਰੋ ਜਵਾਹਰ। ਇੱਕ ਵੱਡਾ ਸਾਰਾ ਥਾਲ ਲੈ ਲਓ, ਉਹਦੇ ਵਿੱਚ ਹੀਰੇ ਜਵਾਹਰਾਤ ਪਾ ਦਿਓ, ਉਹਦੇ ਨਾਲ ਭਰ ਲਵੋ ਥਾਲ ਨੂੰ। ਇੱਕ ਮੈਂ ਧਰਦੀ ਨਾਰ ਸੋ ਜਾਹਰ। ਇੱਕ ਥਾਲ ਜ਼ਾਹਰਾ ਤੌਰ ਤੇ ਅਸ਼ਰਫੀਆਂ ਦੇ ਨਾਲ ਭਰ ਲਵੋ, ਦਿਨਾਰਾਂ ਦੇ ਨਾਲ ਭਰਨਾ ਕਰੋ। ਅਰਪੋ ਜਾਏ ਭਲਾ ਨਿਤ ਜਾਚੋ। ਇਹ ਦੋਨੋਂ ਥਾਲ ਲੈ ਜਾਓ, ਇੱਕ ਹੀਰਿਆਂ ਨਾਲ ਭਰਿਆ ਹੋਵੇ, ਇੱਕ ਦਿਨਾਰਾਂ ਅਸ਼ਰਫੀਆਂ ਨਾਲ ਭਰਿਆ ਹੋਵੇ। ਦੋਵੇਂ ਥਾਲ ਜਾ ਕੇ ਗੁਰੂ ਜੀ ਨੂੰ, ਗੁਰੂ ਹਰਿਕ੍ਰਿਸ਼ਨ ਜੀ ਨੂੰ ਦੇ ਦੇਵੋ। ਹਿਤ ਕੇ ਬਾਗ ਕਹਿਣ ਮੈਂ ਰਾਚੋ। ਆਪਣਾ ਜਿਹੜਾ ਭਲਾ ਉਹਨਾਂ ਤੋਂ ਮੰਗੋ, ਉਹਨਾਂ ਪਾਸੋਂ ਆਪਣੇ ਹਿੱਤ ਦੇ ਬਚਨ ਕਹਾਓ ਜੀ। ਹਮਰੀ ਮੁਲਾਕਾਤ ਠਹਿਰਾਵੋ। ਤੇ ਇਹੋ ਜਿਹਾ ਕੋਈ ਢੰਗ ਵਿਧੀ ਬਣਾਓ, ਸਾਡੀ ਮੁਲਾਕਾਤ ਗੁਰੂ ਨਾਲ ਕਰਵਾ ਦਿਓ, ਸਾਡੀ ਮੁਲਾਕਾਤ ਮੁਕਰਰ ਕਰਾ ਦੇਵੋ ਜੀ। ਜੋ ਨਹਿ ਮੰਨੈ ਏਵ ਅਲਾਵੋ। ਜੇ ਗੁਰੂ ਇੱਥੇ ਆਉਣ ਲਈ ਨਾ ਮੰਨੇ ਤੇ ਗੁਰੂ ਨੂੰ ਏਦਾਂ ਆਖ ਦੇਵੋ, ਇੰਜ ਕਹਿ ਦੇਣਾ ਫਿਰ ਆਪਣੋ ਸ਼ਬਦ ਦਿਓ ਲਖਵਾਏ। ਇਹ ਕੋਈ ਸ਼ਬਦ ਲਿਖ ਕੇ ਦੇ ਦੇਣ ਜਿਹਦੇ ਕਰਕੇ ਸਾਨੂੰ ਸਮਝ ਆ ਜਾਵੇ ਕਿ ਕੀ ਕਾਰਨ ਆ, ਉਹ ਕਿਉਂ ਨਹੀਂ ਆਉਣਾ ਚਾਹੁੰਦੇ ਹਨ ਇੱਥੇ। ਸੋ ਆਨੋ ਲਿਖ ਹਮੋ ਦਿਖਾਏ। ਉਹ ਜੇ ਪਰਚੀ ਤੇ ਕਾਗਜ਼ ਤੇ ਕੁਝ ਸ਼ਬਦ ਲਿਖਣਗੇ, ਸਾਨੂੰ ਲਿਆ ਕੇ ਦਿਖਾਓ ਕੀ ਕਹਿੰਦੇ ਨੇ ਗੁਰੂ ਜੀ। ਸੁਣਤ ਸਜਾਦਾ ਹੋਇਓ ਤਿਆਰ। ਇਵੇਂ ਫਿਰ ਉਹ ਔਰੰਗਜ਼ੇਬ ਦਾ ਜਿਹੜਾ ਸ਼ਹਿਜ਼ਾਦਾ ਸੀ ਸੁਣ ਕੇ ਤਿਆਰ ਹੋ ਗਿਆ ਹੈ। ਬਹੁਤ ਮੋਲ ਕੋ ਲਈ ਉਪਹਾਰ। ਬਹੁਤ ਕੀਮਤੀ ਉਪਹਾਰ ਉਹਨੇ ਲੈ ਲਏ ਆਪਣੇ ਨਾਲ। ਫਿਰ ਇੱਕ ਥਾਲ ਵਿੱਚ ਹੀਰੇ, ਇੱਕ ਥਾਲ ਵਿੱਚ ਦੀਨਾਰ ਭਰ ਲਏ ਹਨ। ਗਵਨੇ ਸਾਥ ਕਤਕ ਉਮਰਾਵ। ਕਈ ਉਮਰਾਵ ਜਿਹੜੇ ਅਹਿਲਕਾਰ ਨੇ ਸ਼ਹਿਜ਼ਾਦੇ ਦੇ ਨਾਲ ਜਾਣਾ ਕੀਤਾ ਹੈ। ਬੈਸਤਰ ਭੂਖਣ ਰੁਚਨ ਬਨਾਵ। ਜਿਹੜੇ ਕੱਪੜੇ ਸੀ, ਗਹਿਣੇ ਸੀ ਨਾ, ਬਹੁਤ ਸੁੰਦਰ ਪਹਿਨਣੇ ਕੀਤੇ ਹਨ। ਜਦੋਂ ਚਲਿਓ ਸੰਗ ਜੈ ਸਿੰਘ ਸਵਾਈ। ਰਾਜਾ ਜੈ ਸਿੰਘ ਜਿਹੜਾ ਸੀ ਉਹ ਵੀ ਨਾਲ ਨਾਲ ਚਲਾ ਗਿਆ ਹੈ। ਬੋਲਤ ਨਕੀਬ ਸੋ ਬਾਜ ਬਜਾਈ। ਅੱਗੇ ਅੱਗੇ ਜਿਹੜਾ ਨਕੀਬ ਸੀ ਬੋਲਦਾ ਜਾਂਦਾ ਸੀ, ਬਾਜੇ ਵੱਜਦੇ ਜਾ ਰਹੇ ਕਿ ਔਰੰਗਜ਼ੇਬ ਦਾ ਸ਼ਹਿਜ਼ਾਦਾ ਆ ਰਿਹਾ ਹੈ ਹੁਣ। ਨਾਰਤ ਨਾੜ ਅਰ ਬੁੱਧ ਬਸਾਲੇ। ਕੁਝ ਅਮੀਰ ਤੇ ਬੁੱਧੀਮਾਨ ਜਿਹੜੇ ਮਨੁੱਖ ਨੇ, ਜਿਹੜੇ ਕਿ ਬਹੁਤ ਜ਼ਿਆਦਾ ਗਿਆਨਵਾਨ ਰੱਖਦੇ ਹਨ। ਇਲਮ ਵਿਖੇ ਕਾਮਲ ਸੰਗ ਚਾਲੇ। ਜਿਹੜੇ ਕਿ ਇਲਮ ਦੇ ਵਿੱਚ ਕਾਮਲ ਨੇ, ਉਹ ਵੀ ਨਾਲ ਨਾਲ ਜਾਣਾ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸੋ ਇਸ ਪ੍ਰਕਾਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪਾਸ ਵੀ ਇਹ ਖਬਰ ਪਹੁੰਚ ਚੁੱਕੀ ਹੈ ਕਿ ਔਰੰਗਜ਼ੇਬ ਦਾ ਜਿਹੜਾ ਸ਼ਹਿਜ਼ਾਦਾ ਹੈ ਉਹ ਭੇਟਾਵਾਂ ਲੈ ਕੇ ਆ ਰਿਹਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਰੰਤ ਕਹਿ ਕੇ ਫਿਰ ਕਨਾਤ ਬਣਵਾਈ ਆ, ਰੰਗ ਬਰੰਗੇ ਕਾਲੀਨ ਵਿਛਾਏ ਨੇ ਤੇ ਫਰਸ਼ ਤਿਆਰ ਕਰਵਾਇਆ ਹੈ। ਕਈ ਵਿਧੀਆਂ ਦੇ ਅਨੁਸਾਰ ਜਿਹੜੇ ਨੇ ਸ਼ਸਤਰ ਵਸਤਰ ਪਹਿਨ ਕੇ ਚੰਗੀ ਤਰ੍ਹਾਂ ਸਜ ਕੇ ਜਿਹੜੇ ਬਲਵਾਨ ਸੂਰਮੇ ਹਨ ਨਾ, ਉਹਨਾਂ ਨੇ ਵੀ ਆਉਣਾ ਕੀਤਾ ਹੈ। ਬਹੁਤ ਸਾਰੇ ਗੁਰੂ ਘਰ ਦੇ ਪ੍ਰਚਾਰਕ, ਮੇਵੜੇ ਤੇ ਅਰਦਾਸੀਏ ਵੀ ਆਏ ਨੇ। ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਹੈ। ਚੌਰ ਬਰਦਾਰ ਜਿਹੜਾ ਹੈ ਉਹ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੈ।
ਤੇ ਦੂਜੇ ਪਾਸੇ ਤੇ ਹੌਲੀ ਹੌਲੀ ਸ਼ਹਿਜ਼ਾਦਾ ਜੈ ਸਿੰਘ ਦੇ ਨਾਲ ਮਹੱਲ ਤੋਂ ਲੰਘਦਾ ਹੋਇਆ ਫਿਰ ਸਾਰਿਆਂ ਨੂੰ ਪ੍ਰਸੰਨ ਕਰ ਰਿਹਾ ਸੀ ਕਿ ਅੱਜ ਮੇਰੇ ਜਿਹੜੇ ਨੇ ਦਰਸ਼ਨ ਹਨ ਉਹ 8ਵੇਂ ਪਾਤਸ਼ਾਹ ਜੀ ਦੇ ਹੋ ਜਾਣੇ ਨੇ। ਸ਼ਹਿਜ਼ਾਦਾ ਦਿਲ ਦੇ ਵਿੱਚ ਬੜਾ ਪ੍ਰਸੰਨ ਹੋਇਆ ਹੈ ਕਿ ਅੱਜ ਮੈਂ ਦਰਸ਼ਨ ਦੀਦਾਰ ਕਰਨੇ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁਨੀਆ ਦੇ ਲੋਕਾਂ ਦੇ ਜਿਹੜੇ ਦੁੱਖ ਨੇ ਤੇ ਦਰਦ ਨੇ ਉਹ ਦੂਰ ਹੋ ਜਾਂਦੇ ਨੇ। ਇਸ ਪ੍ਰਕਾਰ ਹੌਲੀ ਹੌਲੀ ਮਹਿਲਾਂ ਤੋਂ ਚੱਲਦਾ ਹੋਇਆ ਔਰੰਗਜ਼ੇਬ ਬਾਦਸ਼ਾਹ ਜਿਹੜਾ ਹੈ ਉਹਦਾ ਸ਼ਹਿਜ਼ਾਦਾ ਉਹਨੇ ਆਉਣਾ ਕੀਤਾ ਹੈ। ਕਰੀ ਕਨਕ ਰੂਪੇ ਸੁਠ ਸਰੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਚੋਬਦਾਰ ਹੈ ਨਾ, ਉਹਨੇ ਫਿਰ ਆਪਣੇ ਹੱਥਾਂ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਜਿਹੜੀਆਂ ਸੋਹਣੀਆਂ ਚੋਭਾਂ ਹਨ, ਸ਼ਰੀਦਾਰ ਕਰ ਪੰਕਤ ਖਰੀ। ਉਹ ਚੋਭਾਂ ਲੈ ਕੇ ਜਿਹੜੀਆਂ ਪੰਗਤਾਂ ਨੇ ਖੜੀਆਂ ਕਰ ਦਿੱਤੀਆਂ ਹਨ ਜੀ। ਖਰੀ ਸਭਾ ਆਲਸ ਪਰ ਹਰੀ। ਸਾਰੀ ਸਭਾ ਜਿਹੜੀ ਫਿਰ ਸਾਵਧਾਨ ਹੋ ਗਈ ਹੈ। ਹਰੀ ਮਨੋ ਲਖ ਸਤਰਨ ਕਰੀ। ਮਾਨੋ ਗੁਰੂ ਮਹਾਰਾਜ ਜੀ ਜਿਹੜੇ ਨੇ ਹਾਥੀ ਰੂਪ ਵੈਰੀਆਂ ਲਈ ਸ਼ੇਰ ਸਮਾਨ ਨੇ। ਜਿਵੇਂ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ, ਹਾਥੀ ਫਿਰ ਜਿਹੜੇ ਹੁੰਦੇ ਨੇ ਉਹਨੂੰ ਵੀ ਉਹ ਮਾਰ ਸਕਦਾ। ਇੱਦਾਂ ਵਿਕਾਰਾਂ ਨੂੰ ਦੂਰ ਕਰਨ ਵਾਲੇ ਸ਼ੇਰ ਸਮਾਨ ਹਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ। ਸ਼ਬਦ ਰਬਾਬੀ ਗਾਵੇ ਰਾਗ। ਜਿਹੜੇ ਰਬਾਬੀ ਨੇ ਉਹ ਰਾਗਾਂ ਵਿੱਚ ਸ਼ਬਦ ਗਾ ਰਹੇ ਨੇ ਗੁਰੂ ਜੀ ਦੇ ਪਾਸ ਪਿਆਰ ਵਿੱਚ ਆ ਕੇ। ਰਾਗ ਪ੍ਰਭੂ ਕੋ ਜਸ ਤੇ ਜਾਗ। ਇਹ ਐਸੇ ਸ਼ਬਦ ਨੇ ਪਿਆਰਿਓ ਜਿਨ੍ਹਾਂ ਨੂੰ ਸੁਣਨ ਦੇ ਨਾਲ ਪ੍ਰੇਮ ਜਾਗਦਾ ਹੈ, ਦਿਲ ਦੇ ਵਿੱਚ ਪ੍ਰਮਾਤਮਾ ਪ੍ਰਤੀ ਪ੍ਰੇਮ ਜਾਗਦਾ ਹੈ। ਜਿਸ ਸਨ ਆਏ ਸਜਾਦਾ ਗਾਇਓ। ਉਸ ਸਮੇਂ ਕਨਾਤਾਂ ਲੱਗੀਆਂ ਹੋਈਆਂ ਨੇ ਤੇ ਔਰੰਗਜ਼ੇਬ ਦਾ ਸਹਿਜ਼ਾਦਾ ਵੀ ਆ ਗਿਆ ਚੱਲ ਕੇ ਐਲਕਾਰਾਂ ਦੇ ਨਾਲ। ਬਹਿਰ ਕਨਾਤ ਸੋ ਨਰਮੀ ਭਇਓ। ਕਨਾਤਾਂ ਦੇ ਬਾਹਰ ਹੀ ਉਹ ਸਿਮਰ ਹੋ ਗਿਆ। ਕਨਾਤਾਂ ਦੇ ਬਾਹਰ ਹੀ ਖੜਾ ਹੱਥ ਜੋੜ ਕੇ ਜਦੋਂ ਕਨ ਕਰ ਕੇ ਵੀ ਦੋਨੋਂ ਆਏ। ਐਵੇਂ ਫਿਰ ਜਦੋਂ ਸੋਨੇ ਦੇ ਦੋਵੇਂ ਥਾਲ ਲਿਆਂਦੇ ਸੀ, ਇੱਕ ਦੇ ਵਿੱਚ ਹੀਰੇ ਜਵਾਹਰਾਤ ਸੀ, ਇੱਕ ਦੇ ਵਿੱਚ ਦੀਨਾਰ ਸੀ, ਤੇ ਉਹ ਦੀਨਾਰ ਵੀ ਅੱਗੇ ਜਿਹੜਾ ਭਰਿਆ ਹੋਇਆ ਥਾਲ ਅੱਗੇ ਕੀਤਾ। ਸੋਨੇ ਦੇ ਥਾਲ ਸੀ ਦੋਵੇਂ, ਇੱਕ ਵਿੱਚ ਜਵਾਹਰ ਸੀ, ਮਾਣਕ ਸੀ, ਹੀਰੇ ਸੀ, ਉਹ ਵੀ ਅੱਗੇ ਕਰ ਦਿੱਤਾ ਹੈ। ਮੋਹਰ ਜਵਾਹਰ ਜੋਤ ਸੋ ਜਾਗੈ। ਦੋਨਾਂ ਥਾਲਾਂ ਵਿੱਚ ਮੋਹਰਾਂ ਤੇ ਜਵਾਹਰਾਤ ਚਮਕ ਰਹੇ ਹਨ। ਗਈ ਮੇਵੜੀ ਹਾਥ ਪਸਾਰ। ਗੁਰੂ ਸਾਹਿਬ ਜੀ ਦਾ ਜਿਹੜਾ ਅਰਦਾਸੀਆ ਸੀ ਉਹਨੂੰ ਮੇਵੜਾ ਕਹਿੰਦੇ ਨੇ, ਤੇ ਦੋਵੇਂ ਥਾਲ ਉਹਨੇ ਹੱਥ ਵਧਾ ਕੇ ਅੱਗੇ ਫੜਨੇ ਕੀਤੇ ਹਨ। ਕਰੀ ਉੱਚੀ ਅਰਦਾਸ ਉਚਾਰ। ਬਹੁਤ ਉੱਚੀ ਆਵਾਜ਼ ਦੇ ਵਿੱਚ ਜਿਹੜੀ ਸੰਗਤਾਂ ਨੂੰ ਸੁਣ ਜਾਵੇ ਬੇਨਤੀ ਕੀਤੀ ਹੈ। ਸਾਦਰ ਸਭ ਉਮਰਾਵ ਸਮੇਤ। ਸਾਰੇ ਉਮਰਾਵ ਸਮੇਤ ਸ਼ਹਿਜ਼ਾਦਾ ਵੀ ਅੰਦਰ ਆ ਕੇ ਬੈਠ ਗਿਆ ਹੈ। ਫਿਰ ਸਤਿਤ ਸਜਾਦਾ ਬੀਚਨ ਕੇਤ। ਫਿਰ ਸਾਰੇ ਹੌਲੀ ਹੌਲੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਜਾਂਦੇ ਨੇ। ਆਪਣੀ ਆਪਣੀ ਜਗ੍ਹਾ ਸੰਗਤ ਵਿੱਚ ਜਿਵੇਂ ਬਣੀ ਉਵੇਂ ਬੈਠ ਰਹੇ ਹਨ। ਸਿਰ ਨਵਾਏ ਸਭ ਬੈਠਤ ਭੈ। ਸਿਰ ਨਵਾ ਕੇ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹਨ, ਸਜਦਾ ਕਰ ਦਿੰਦੇ ਹਨ। ਜੈ ਪਰਨਾਥ ਅਗਾਉ ਕੀਏ। ਜੈਪੁਰ ਦੇ ਰਾਜੇ ਨੂੰ ਸਭ ਤੋਂ ਅੱਗੇ ਕੀਤਾ ਹੈ, ਰਾਜਾ ਜੈ ਸਿੰਘ ਨੂੰ, ਕਿ ਉਹੀ ਬੇਨਤੀ ਕਰੇਗਾ। ਕਰੀ ਬੰਦਗੀ ਸੌ ਦਿਸ਼ਾ ਤੇ। ਫਿਰ ਉਮਰਾਵ ਨੇ ਬਾਦਸ਼ਾਹ ਦੇ ਵੱਲੋਂ ਬੰਦਨਾ ਕੀਤੀ ਤੇ ਕਹਿਣਾ ਕੀਤਾ ਗੁਰੂ ਜੀ ਨੂੰ। ਬਾਹਰੋਂ ਕਹੀ ਮਿਰਨ ਕੀ ਬਾਤੇ। ਕਹਿਣ ਲੱਗੇ ਗੁਰੂ ਜੀ ਇੱਕ ਬੇਨਤੀ ਲੈ ਕੇ ਆਏ ਹਾਂ। ਇਹ ਔਰੰਗਜ਼ੇਬ ਦਾ ਸਹਿਜ਼ਾਦਾ ਹੈ ਤੇ ਇਹਨਾਂ ਦੇ ਨਾਲ ਮੈਂ ਚੱਲ ਕੇ ਆਇਆ ਹਾਂ। ਤੁਹਾਨੂੰ ਬਾਦਸ਼ਾਹ ਔਰੰਗਜ਼ੇਬ ਮਿਲਣਾ ਚਾਹੁੰਦਾ ਹੈ। ਹਜ਼ਰਤ ਦੇ ਲਾਲਸਾ ਹੈ। ਬਾਦਸ਼ਾਹ ਦੇ ਦਿਲ ਦੀ ਇਹ ਲਾਲਸਾ ਹੈ।
ਉਹ ਤੁਹਾਨੂੰ ਮਿਲਣਾ ਚਾਹੁੰਦਾ, ਦਰਸ਼ਨ ਕਰਨੇ ਚਾਹੁੰਦਾ ਹੈ। ਜਿਸ ਤੇਰਾ ਵਰ ਦਰਸ਼ਨ ਲਹੈ ਇਹਨੇ ਕੋਈ ਵਿਧੀ ਬਣਾ ਦਿਓ ਜਿਹਦੇ ਨਾਲ ਤੁਹਾਡੇ ਦਰਸ਼ਨ ਹੋ ਜਾਣ। ਇਸ ਤਰ੍ਹਾਂ ਦੀ ਕੋਈ ਵਿਧੀ ਬਣਾ ਦੇਵੋ ਜੀ। ਇਸੀ ਹੇਤ ਕਰ ਪਠਿਓ ਸਜਾਦਾ। ਇਸ ਕਰਕੇ ਕਹਿੰਦੇ ਔਰੰਗਜ਼ੇਬ ਨੇ ਆਪਣੇ ਸ਼ਹਿਜ਼ਾਦੇ ਨੂੰ ਤੁਹਾਡੇ ਕੋਲ ਭੇਜਿਆ ਹੈ, ਜੋ ਨਿਤ ਦੇ ਪਿਤਰ ਦੇ ਅਹਲਾਦਾ। ਜਿਹੜਾ ਕਿ ਸਦਾ ਹੀ ਪਿਤਾ ਜੀ ਦੇ ਹਿਰਦੇ ਨੂੰ ਆਨੰਦ ਬਖਸ਼ਦਾ ਹੈ। ਇਸ ਤਰ੍ਹਾਂ ਦਾ ਇਹ ਰਾਜਾ ਹੈ ਤੇ ਉਹਦਾ ਸ਼ਹਿਜ਼ਾਦਾ ਹੁਣ ਤੁਹਾਡੇ ਕੋਲ ਆ ਚੁੱਕਾ ਹੈ ਜੀ। ਜੈ ਪਰਨਾਥ ਸਾਥ ਬਹੁ ਕਹਿ। ਫਿਰ ਐਲਕਾਰ ਬੋਲਿਆ ਔਰੰਗਜ਼ੇਬ ਦਾ ਕਿ ਆ ਜੈਪੁਰ ਦੇ ਰਾਜੇ ਜੈ ਸਿੰਘ ਨੂੰ ਵੀ ਵਿੱਚ ਵਾਰ ਬਹੁਤ ਪਾਇਆ, ਬਹੁਤ ਵਾਰ ਕਿਹਾ ਹੈ। ਬੀਚ ਪਾਈ ਅਬਾਹਨ ਚਹੈ। ਇਸ ਕਰਕੇ ਕਿ ਤਾਂ ਕਿ ਤੁਸੀਂ ਉੱਥੇ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚ ਜੋ। ਇਹ ਬੁਲਾਉਣਾ ਚਾਹੁੰਦਾ ਤੁਹਾਨੂੰ, ਵਿੱਚ ਪਾ ਕੇ ਰਾਜਾ ਜੈ ਸਿੰਘ ਨੂੰ ਵੀ ਬੇਨਤੀਆਂ ਕੀਤੀਆਂ ਹਨ। ਕਰਤ ਪ੍ਰਤੀਖਨ ਮਿਲ ਬੈ ਕੇਰ। ਇਹ ਦਿੱਲੀ ਦਾ ਜਿਹੜਾ ਸੁਲਤਾਨ ਆ, ਬਾਦਸ਼ਾਹ, ਉਹ ਤੁਹਾਡਾ ਇੰਤਜ਼ਾਰ ਕਰ ਰਿਹਾ। ਮਹਾਰਾਜ ਚੱਲਣਾ ਕਰੋ ਜੀ। ਮਗ ਖੁਦਾਏ ਕੇ ਚਲਤ ਬਡੇਰ। ਜਿਹੜੇ ਪ੍ਰਮਾਤਮਾ ਦੇ ਰਾਹ ਤੇ ਚੱਲਦੇ ਨੇ, ਖੁਦਾ ਦੇ ਬਣਾਏ ਹੋਏ ਰਾਹ ਤੇ ਚੱਲਦੇ ਨੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਤੁਮ ਸਮ ਕੇ ਦਰਸ਼ਨ ਕੋ ਚਾਹਤ। ਤੁਹਾਡੇ ਵਰਗੇ ਪਵਿੱਤਰ ਪੁਰਸ਼ਾਂ ਦੇ ਦਰਸ਼ਨ ਕਰਨਾ ਚਾਹੁੰਦਾ ਔਰੰਗਜ਼ੇਬ, ਜ਼ਿੰਦਗੀ ਸਫਲ ਬਣਾਉਣੀ ਚਾਹੁੰਦਾ ਹੈ। ਸਰਾ ਬੀਚ ਦਿਨ ਰਹਿਣ ਅਮਾਹਿਤ। ਜਿਹੜੇ ਦਿਨ ਰਾਤ ਰੱਬ ਨੂੰ ਯਾਦ ਕਰਦੇ ਨੇ, ਸ਼ਰਾ ਦੇ ਵਿੱਚ ਰਹਿੰਦੇ, ਮਰਿਆਦਾ ਦੇ ਵਿੱਚ ਰਹਿੰਦੇ ਹਨ। ਕਹੈ ਕਹਾਂ ਲਗ ਸਾਹੋ ਬਡਾਈ। ਫਿਰ ਉਹ ਔਰੰਗਜ਼ੇਬ ਦਾ ਜਿਹੜਾ ਭੇਜਿਆ ਹੋਇਆ ਇੱਕ ਦੂਤ ਆ, ਉਹ ਵੀ ਸੋਭਾ ਨਾਲ ਕਰਨ ਲੱਗਾ, ਕਿਉਂਕਿ ਸ਼ਹਿਜ਼ਾਦੇ ਦੀ ਉਮਰ ਛੋਟੀ ਆ, ਉਹ ਇੰਨਾ ਕੁਝ ਨਹੀਂ ਕਹਿ ਸਕਦਾ। ਉਹਦੀ ਤਰਫੋਂ ਫਿਰ ਉਹ ਵਜ਼ੀਰ ਕਹਿਣ ਲੱਗਾ, ਕਹਿੰਦੇ ਬਾਦਸ਼ਾਹ ਦੀ ਵਡਿਆਈ ਕਿੱਥੋਂ ਤੱਕ ਕਰੀਏ? ਔਰੰਗਜ਼ੇਬ ਬੜਾ ਚੰਗਾ ਬਾਦਸ਼ਾਹ ਹੈ ਜੀ। ਰਾਖਤ ਸਾਚ ਪਾਜ ਉਗਰਾਏ। ਕਹਿੰਦੇ ਉਹ ਸੱਚ ਰੱਖਦਾ ਹੈ, ਝੂਠ ਦੇ ਪਾਜ ਖੋਲ ਦਿੰਦਾ, ਬੜਾ ਚੰਗਾ ਰਾਜਾ ਹੈ ਗੁਰੂ ਹਰਿਕ੍ਰਿਸ਼ਨ ਜੀ। ਨਹੀਂ ਦੰਭ ਕੋ ਮਾਨੈ ਨਿਮੋ। ਉਹ ਕਿਸੇ ਵੀ ਪਖੰਡੀ ਨੂੰ ਮੱਥਾ ਨਹੀਂ ਟੇਕਦਾ, ਹਮੇਸ਼ਾ ਰੱਬ ਦੇ ਪਿਆਰਿਆਂ ਨੂੰ ਹੀ ਝੁਕਾਉਂਦਾ, ਝੁਕਦਾ ਹੈ, ਨਿਉਂਦਾ ਨਹੀਂ ਹੈ। ਹੋਰ ਅੱਗੇ ਕੋ ਵੱਡ ਲਖੇ ਭੇਜਿਓ ਹਮਾ। ਐਵੇਂ ਬਾਦਸ਼ਾਹ ਨੇ ਤੁਹਾਨੂੰ ਵੱਡਾ ਮੰਨ ਲਿਆ, ਤਾਂ ਹੀ ਤਾਂ ਸਾਨੂੰ ਭੇਜਿਆ ਨਾ, ਇੰਨੇ ਕਿ ਉਹ ਤੋਹਫੇ ਦੇ ਕੇ, ਉਪਹਾਰ ਦੇ ਕੇ, ਸੋਨੇ ਦੇ ਥਾਲ ਦੇ ਕੇ। ਸੁਣ ਜੈ ਸਿੰਘ ਬੋਲਿਓ ਕਰ ਜੋਰ। ਫਿਰ ਰਾਜਾ ਜੈ ਸਿੰਘ ਵੀ ਬੋਲਿਆ ਹੱਥ ਜੋੜ ਕੇ ਪ੍ਰੇਮ ਦੇ ਨਾਲ, ਸਾਹੋ ਪ੍ਰੇਮ ਕਰਤਾ ਤੁਮ ਔਰ। ਕਹਿੰਦੇ ਜੀ ਇਹ ਸੱਚ ਕਹਿੰਦੇ ਨੇ, ਬਾਦਸ਼ਾਹ ਔਰੰਗਜ਼ੇਬ ਵਾਕਈ ਤੁਹਾਡੇ ਨਾਲ ਹੁਣ ਪ੍ਰੇਮ ਕਰਦਾ ਹੈ। ਪ੍ਰਥਮ ਲਾਲਸਾ ਮੇਲ ਕਰਨ ਕੀ। ਪਹਿਲਾਂ ਉਹਨਾਂ ਦੀ ਜਿਹੜੀ ਲਾਲਸਾ ਸੀ ਉਹ ਮਿਲਣ ਦੀ ਆ। ਸਭ ਤੋਂ ਪਹਿਲੀ ਲਾਲਸਾ ਵੀ ਤੁਹਾਡੇ ਦਰਸ਼ਨ ਹੋ ਜਾਣ, ਇਹ ਉਹ ਚਾਹੁੰਦਾ ਹੈ ਦਿਲ ਦੇ ਅੰਦਰ। ਬੈਠ ਨਗਟ ਮੁਖ ਸ਼ਬਦ ਸਵਰਨ ਕੀ। ਤੇ ਦੂਜੀ ਤਮੰਨਾ, ਜਦੋਂ ਤੁਸੀਂ ਕੋਲ ਬੈਠੋਗੇ ਫਿਰ ਉਹ ਤੁਹਾਡੇ ਜਿਹੜਾ ਮੁਖ ਆ, ਰਸਨਾ ਹੈ, ਉਹਦੇ ਤੋਂ ਸ਼ਬਦ ਸੁਣਨੇ ਚਾਹੁੰਦਾ ਹੈ, ਗੱਲਾਂ ਕਰਨੀਆਂ ਚਾਹੁੰਦਾ ਹੈ। ਹੋਏ ਪ੍ਰਸੰਨ ਜੇ ਤੁਮ ਔਰ ਚਾਹੋ। ਜੇ ਗੁਰੂ ਮਹਾਰਾਜ ਤੁਸੀਂ ਪ੍ਰਸੰਨ ਹੋ ਨਾ, ਦਿਲ ਦੇ ਵਿੱਚ ਬਹੁਤ ਖੁਸ਼ ਹੋ, ਮਿਲਣਾ ਚਾਹੁੰਦੇ ਹੋ, ਤੋ ਹਜ਼ਰਤ ਕਰ ਮਿਲਨ ਅਮਾਹੋ। ਤੇ ਆ ਦਿੱਲੀ ਦੇ ਜਿਹੜਾ ਰਾਜਾ ਹੈ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਦੀ ਖਾਹਿਸ਼ ਦੱਸੋ, ਪ੍ਰਗਟ ਕਰ ਦੇਵੋ ਜੀ। ਜੋ ਰਾਵਰ ਕੋ ਨੀਕੀ ਨਹਿਨ। ਪਰ ਜੇ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ, ਜੇ ਤੁਸੀਂ ਨਹੀਂ ਮਿਲਣਾ ਚਾਹੁੰਦੇ ਹੋ, ਕਾਰਨ ਆਪਣੇ ਨੇਮ ਨਿਭਾਹਨ। ਜੇ ਕੋਈ ਤੁਹਾਡਾ ਨੇਮ ਆ ਬਾਦਸ਼ਾਹ ਨੂੰ ਨਾ ਮਿਲਣ ਦਾ, ਉਹ ਵੀ ਤੁਸੀਂ ਦੱਸਣਾ ਕਰੋ। ਤੋ ਨਿਜ ਮੁਖ ਤੇ ਸ਼ਬਦ ਸੁਣਾਵੋ। ਆਪਣੇ ਮੁਖ ਤੋਂ ਕੋਈ ਸ਼ਬਦ ਸੁਣਾ ਦਿਓ। ਜੇ ਨਹੀਂ ਸੁਣਾਉਣਾ ਤਾਂ ਗੁਰੂ ਸਾਹਿਬ ਜੀ ਇਸ ਤਰ੍ਹਾਂ ਵੀ ਕਰ ਦੇਵੋ। ਬੀਚ ਪਾਰਸੀ ਕੋ ਲਿਖਵਾਵੋ। ਜਾਂ ਨੂੰ ਫਾਰਸੀ ਭਾਸ਼ਾ ਦੇ ਵਿੱਚ ਲਿਖ ਕੇ ਦੇ ਦਿਓ
ਤੇ ਉਹ ਫਿਰ ਔਰੰਗਜ਼ੇਬ ਨੂੰ ਪਹੁੰਚਾ ਦਿੱਤਾ ਜਾਵੇਗਾ ਕਿ ਕੀ ਕਾਰਨ ਆ ਤੁਸੀਂ ਨਹੀਂ ਮਿਲਣਾ ਚਾਹੁੰਦੇ ਹੋ। ਸੁਣਤ ਪ੍ਰਸੰਨ ਹੋਏ ਹੈ ਸਾਹੋ। ਬਾਦਸ਼ਾਹ ਫਿਰ ਇਹ ਸੁਣ ਕੇ ਪ੍ਰਸੰਨ ਹੋ ਜਾਵੇਗਾ ਜਾਂ ਪੜ੍ਹ ਕੇ ਖੁਸ਼ ਹੋ ਜਾਵੇਗਾ ਤੁਹਾਡੇ ਸ਼ਬਦਾਂ ਨੂੰ। ਮਿਲ ਬੈ ਸਮਝਾਣੇ ਮਨ ਮਾਹੋ। ਉਹ ਤੁਹਾਡੇ ਕਹੇ ਹੋਏ ਸ਼ਬਦਾਂ ਨੂੰ ਫਿਰ ਮਿਲਣ ਦੇ ਬਰਾਬਰ ਹੀ ਸਮਝ ਲਵੇਗਾ। ਜੇ ਤੁਸੀਂ ਮਿਲਣਾ ਉਹ ਵੀ ਕਹਿ ਦਿਓ, ਜੇ ਇੱਛਾ ਹੈ, ਜੇ ਨਹੀਂ ਮਿਲਣਾ ਤਾਂ ਕੁਝ ਕਹਿ ਦਿਓ, ਜੇ ਨਹੀਂ ਕਹਿਣਾ ਤਾਂ ਲਿਖ ਦਿਓ। ਇਹ ਰਾਜਾ ਜੈ ਸਿੰਘ ਨੇ ਆਖਿਆ, ਕਹਿੰਦੇ ਮਿਲਣ ਦੇ ਬਰਾਬਰ ਹੀ ਹੋ ਜਾਵੇਗਾ। ਮੁਝ ਪਰ ਹੁਕਮ ਸਾਹੋ ਕੋ ਐਸੇ। ਕਹਿੰਦੇ ਮੈਨੂੰ ਬਾਦਸ਼ਾਹ ਦਾ ਅਜਿਹਾ ਇੱਕ ਹੁਕਮ ਹੋਇਆ ਹੈ ਕਿ ਤੁਹਾਨੂੰ ਮੈਂ ਉਹਦੇ ਨਾਲ ਮਿਲਾ ਦੇਵਾਂ। ਜਿਵੇਂ ਕਿਵੇਂ? ਸਹਿਤ ਪ੍ਰਸੰਨਤਾ ਮਿਲ ਹੈ ਜੈਸੇ। ਹੁਣ ਇਹ ਮੇਰੀ ਡਿਊਟੀ ਲੱਗੀ ਆ ਕਿ ਮੈਂ ਪ੍ਰਸੰਨਤਾ ਦੇ ਨਾਲ ਤੁਹਾਡਾ ਮੇਲ ਕਰਾਉਣਾ। ਅੱਜ ਸ਼ਹਿਜ਼ਾਦਾ ਵੀ ਨਾਲ ਆਇਆ ਹੈ ਮੇਰੇ। ਤੁਮਰੀ ਮਰਜ਼ੀ ਵਰਤੀ ਜਾਏ। ਪਰ ਗੁਰੂ ਸਾਹਿਬ ਜੀ ਤੁਹਾਡੀ ਮਰਜ਼ੀ ਤੋਂ ਬਿਨਾਂ ਇਹ ਕਿਵੇਂ ਹੋ ਸਕਦਾ ਹੈ? ਜੇ ਤੁਸੀਂ ਆਖੋਗੇ ਤਾਂ ਹੀ ਮੇਲੇ ਹੋ ਸਕਦੇ ਹਨ ਜੀ। ਜਮ ਔਰ ਮੈਂ ਤੁਮ ਕਹੋ ਸੁਣਾਏ। ਜਿਵੇਂ ਵੀ ਤੁਹਾਡੇ ਦਿਲ ਵਿੱਚ ਹੈ ਉਦਾਂ ਕਹਿ ਕੇ ਸੁਣਾ ਦੇਵੋ। ਕੀ ਤੁਸੀਂ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਹੋ ਕਿ ਨਹੀਂ ਮਿਲਣਾ ਹੈ? ਜੇ ਨਹੀਂ ਮਿਲਣਾ ਕੁਝ ਕਹਿ ਦੇਵੋ ਮੁਖ ਤੋਂ ਬਚਨ, ਜੇ ਨਹੀਂ ਕਹਿਣੇ ਤਾਂ ਲਿਖ ਕੇ ਦੇ ਦੇਵੋ। ਇਸ ਤਰ੍ਹਾਂ ਦੇ ਬਚਨ ਕਹਿ ਕੇ ਸੁਣਾਉਣੇ ਕਰੋ। ਹੁਣ ਸੁਣ ਜੈ ਸਿੰਘ ਤੇ ਸਭਨ ਬਖਾਨੋ। ਜੈ ਸਿੰਘ ਦੇ ਪਾਸੋਂ ਸੁਣ ਕੇ ਸਾਰਿਆਂ ਨੇ ਫਿਰ ਸਭਾ ਜਿਹੜੀ ਸਜੀ ਸੰਗਤਾਂ ਦੀ ਕਹਿਣ ਲੱਗੇ ਹਨ, ਜਥਾ ਜੋਗ ਇਮ ਮਤੋ ਸੁਮਾਨੋ। ਕਹਿੰਦੇ ਰਾਜਾ ਜੈ ਸਿੰਘ ਨੇ ਬੜੀ ਚੰਗੀ ਗੱਲ ਕੀਤੀ ਆ, ਬੜੀ ਨੇਕ ਸਲਾਹ ਦਿੱਤੀ। ਗੁਰੂ ਜੀ ਇਹਨੂੰ ਮੰਨ ਲਵੋ ਜੀ। ਸਹਿਤ ਸਜਾਦੇ ਸਭ ਕਾ ਲੀਨਸ। ਜਦੋਂ ਸ਼ਹਿਜ਼ਾਦੇ ਸਹਿਤ ਸਭ ਨੇ ਆਖਿਆ ਮਹਾਰਾਜ ਕਿ ਹੁਣ ਸ਼ਹਿਜ਼ਾਦਾ ਵੀ ਆ ਗਿਆ, ਦਰਸ਼ਨ ਦੇ ਦਿਓ ਔਰੰਗਜ਼ੇਬ ਨੂੰ ਜਾ ਕੇ, ਨਹੀਂ ਤਾਂ ਕੁਝ ਕਹਿ ਹੀ ਦਿਓ ਉਹਦੇ ਸੰਬੰਧ ਵਿੱਚ, ਜੇ ਕਹਿਣਾ ਨਹੀਂ ਤਾਂ ਲਿਖ ਕੇ ਕਹਿ ਦਿਓ। ਇਸ ਪ੍ਰਕਾਰ ਫਿਰ ਗੁਰੂ ਜੀ ਨੇ ਉੱਤਰ ਦਿੱਤਾ ਹੈ। ਤਬ ਸ੍ਰੀ ਸਤਿਗੁਰੂ ਉੱਤਰ ਦੀਨਸ। ਜਦੋਂ ਗੁਰੂ ਮਹਾਰਾਜ ਨੂੰ ਫਿਰ ਸੰਗਤਾਂ ਕਹਿਣ ਲੱਗੀਆਂ ਕਿ ਕੁਝ ਤਾਂ ਕਹੋ ਦੇ ਸੰਬੰਧ ਵਿੱਚ, ਭਾਵ ਕਿ ਜਾਂ ਤਾਂ ਲਿਖ ਕੇ ਕਹਿ ਦਿਓ ਜਾਂ ਬੋਲ ਕੇ ਜਾਂ ਫਿਰ ਖੁਦ ਮਿਲਾਓ, ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਹਨ, ਨਾ ਮਿਲ ਬੇ ਕੇ ਕਾਰਨ ਜੇਈ। ਕਹਿੰਦੇ ਬਾਦਸ਼ਾਹ ਨੂੰ ਤਾਂ ਅਸੀਂ ਕਦੇ ਨਹੀਂ ਮਿਲ ਸਕਦੇ ਤੇ ਉਹਨੂੰ ਨਾ ਮਿਲਣ ਦੇ ਜਿਹੜੇ ਕਾਰਨ ਹਨ ਨਾ, ਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਪਹਿਲਾਂ ਹੀ ਅਸੀਂ ਕਰ ਚੁੱਕੇ ਹਾਂ। ਕਹਿ ਕਰ ਪਠੇ ਸਾਹੂ ਟਿਗ ਤੇਹੀ। ਉਹ ਅਸੀਂ ਬਾਦਸ਼ਾਹ ਪਹਿਲਾਂ ਹੀ ਕਹਿ ਕੇ ਭੇਜ ਦਿੱਤੇ ਸੀ ਕਿ ਤੇਰੇ ਨਾਲ ਕਦੇ ਨਹੀਂ ਮਿਲਾਪ ਹੋਵੇਗਾ, ਕਿਉਂਕਿ ਤੂੰ ਰੱਬ ਦੇ ਪਿਆਰਿਆਂ ਨੂੰ ਤਕਲੀਫ ਦਿੱਤੀ ਹੈ। ਉਹਨਾਂ ਨੂੰ ਕਤਲ ਕਰਵਾਇਆ, ਸਰਮਦ ਫਕੀਰ ਨੂੰ ਕਤਲ ਕਰਵਾਇਆ, ਆਪਣੇ ਭਰਾ ਜਿਹੜਾ ਵਿਦਵਾਨ ਸੀ ਤੇ ਦਾਰਾ ਸ਼ਕੋ ਸੀ, ਤੇ ਇਹੋ ਜਿਹੇ ਰੱਬੀ ਰੂਹ ਦਾ ਵੀ ਤੂੰ ਕਤਲ ਕੀਤਾ, ਪਿਤਾ ਨੂੰ ਵੀ ਕੈਦ ਵਿੱਚ ਪਾਇਆ। ਤੇਰੇ ਵਰਗੇ ਮਲੇਸ਼ ਨੂੰ ਦਰਸ਼ਨ ਨਹੀਂ ਦੇ ਸਕਦੇ। ਗੁਰੂ ਸਾਹਿਬ ਜੀ ਕਹਿੰਦੇ ਜੋ ਨਾ ਮਿਲਣ ਦੇ ਕਾਰਨ ਸੀ ਉਹ ਤਾਂ ਪਹਿਲਾਂ ਹੀ ਅਸੀਂ ਬਾਦਸ਼ਾਹ ਨੂੰ ਕਹੇ ਹੋਏ ਹਨ। ਬੈਠਮ ਲਿਓ ਸੁਣ ਸਗਲ ਵਰਤਾਤ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੇ ਪਹਿਲਾਂ ਹੀ ਸਭ ਕੁਝ ਜਾਣ ਲਿਆ ਸੀ, ਪਹਿਲਾਂ ਹੀ ਦੱਸਿਆ ਹੋਇਆ, ਸਾਰਾ ਬਿਰਤਾਂਤ ਸੁਣਿਆ ਹੋਇਆ ਸਾਡੇ ਤੋਂ। ਪੁਨ ਤਿਸ ਕੋ ਕਹਿ ਬੇ ਕਿਆ ਬਾਤ। ਤੇ ਉਹਨਾਂ ਗੱਲਾਂ ਨੂੰ ਦੁਹਰਾਉਣ ਦੀ ਕੀ ਲੋੜ ਹੈ? ਭਾਵ ਪਹਿਲਾਂ ਹੀ ਅਸੀਂ ਮਨਾ ਕਰਤਾ ਸੀ, ਹੁਣ ਕਿਉਂ ਆਖ ਰਿਹਾ ਔਰੰਗਜ਼ੇਬ ਬਾਦਸ਼ਾਹ ਦੁਬਾਰਾ ਦਰਸ਼ਨ ਦੇਵੋ? ਪਹਿਲਾਂ ਵੀ ਮਨਾ ਹੈ, ਇਸ ਵਾਰ ਵੀ ਮਨਾ ਕਰਦੇ ਹਾਂ। ਬਿਨਾ ਮਿਲਨ ਪਾ ਕੇਤਕ ਬਕਾਰ। ਮਿਲਨ ਵਿਗਾਰ ਹੀ ਤੇ ਕਈ ਤਰ੍ਹਾਂ ਦੇ ਵਿਕਾਰ ਨੇ, ਇਸ ਕਰਕੇ ਉਹ ਐਸਾ ਹੈ। ਭਾਵ ਕਿ ਦੇਹੋ ਬੱਗਾ ਤੱਪੇ ਘਣਾ, ਕਾਲਿਆਂ ਕਾਲੇ ਵਨ। ਜਿਹੜੀਆਂ ਕਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਾਲੀਆਂ ਹੀ ਰਹਿੰਦੀਆਂ ਨੇ, ਭਾਵੇਂ ਜਿੱਡਾ ਮਰਜ਼ੀ ਦਿਨ ਚੜ੍ਹਿਆ ਹੋਵੇ, ਸੂਰਜ ਭਾਵੇਂ ਇੱਕ ਆ ਚਾਹੇ ਦੋ, ਕਾਲੀਆਂ ਚੀਜ਼ਾਂ ਨੇ ਕਾਲੀਆਂ ਹੀ ਰਹਿਣਾ। ਇੱਦਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਔਰੰਗਜ਼ੇਬ ਨੇ ਇੱਦਾਂ ਹੀ ਰਹਿਣਾ, ਭਾਵੇਂ ਉਹਨੂੰ ਮਿਲੋ ਭਾਵੇਂ ਉਹਨੂੰ ਨਾ ਮਿਲੋ।
ਮਿਲਣ ਦੇ ਨਾਲ ਕੀ ਹੋ ਜਾਏਗਾ? ਮਹਾਰਾਜ ਕਹਿੰਦੇ ਉਹਦਾ ਸੁਭਾਅ ਨਹੀਂ ਬਦਲੇਗਾ। ਦਿਓ ਬੱਗਾ ਤੱਪੇ ਘਣਾ, ਕਾਲਿਆਂ ਕਾਲੇ ਵਨ। ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ, ਦਿਨ ਭਾਵੇਂ ਜਿੱਡਾ ਮਰਜ਼ੀ ਚੜਿਆ ਹੋਵੇ ਜੀ। ਤੇ ਆਦਿਕ ਲਖ ਪਿਤਾ ਹਮਾਰੇ, ਸਾਡੇ ਪਿਤਾ ਜੀ ਨੇ ਵੀ ਕਹਿੰਦੇ ਮਹਾਰਾਜ ਇਹ ਗੱਲਾਂ ਨੂੰ ਸਮਝ ਕੇ ਸ਼ਾਹ ਨਾ ਮਿਲਿਓ ਕੀਨ ਹਟਕਾਰੇ। ਬਾਦਸ਼ਾਹ ਨੂੰ ਮਿਲਣ ਤੋਂ ਸਾਨੂੰ ਰੋਕਿਆ ਹੋਇਆ। ਗੁਰੂ ਪਿਤਾ ਜੀ ਦਾ ਬਚਨ ਅਸੀਂ ਨਹੀਂ ਟਾਲ ਸਕਦੇ ਹਾਂ। ਸੋ ਕਹਿਬੋ ਹਮਰੇ ਮਨ ਨਾਲ, ਜੋ ਗੁਰੂ ਪਿਤਾ ਜੀ ਗੁਰੂ ਹਰਿ ਰਾਏ ਜੀ ਨੇ ਆਖ ਦਿੱਤਾ ਉਹ ਸਾਡੇ ਨਾਲ, ਸਾਡੇ ਮਨ ਵਿੱਚ ਵਸਿਆ ਹੋਇਆ ਹੈ ਬਚਨ। ਉਲੰਘ ਨਾ ਸਕੇ ਕਿਮੂ ਕਿਸ ਕਾਲ, ਅਸੀਂ ਕਦੇ ਵੀ ਉਹਦੀ ਉਲੰਘਣਾ ਨਹੀਂ ਕਰ ਸਕਦੇ ਹਾਂ। ਸਾਹੋ ਮਹਾਮਤਵਾਨ ਸੁਜਾਨਾ, ਬਾਦਸ਼ਾਹ ਬੜਾ ਚੰਚਲ ਬੁੱਧੀ ਵਾਲਾ ਹੈ। ਬਾਦਸ਼ਾਹ ਬੜਾ ਚਤਰਾਈਆਂ ਵਾਲਾ, ਚਲਾਕੀਆਂ ਵਾਲਾ ਰਾਜਾ ਹੈ। ਅਸਲ ਬਤੰਤ ਸਭ ਲਖੇ ਮੁਹਾਨਾ, ਉਹ ਹਰ ਬਿਰਤਾਂਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹਨੂੰ ਪਤਾ ਵੀ ਅਸੀਂ ਨਹੀਂ ਮਿਲਣਾ ਚਾਹੁੰਦੇ, ਪਰ ਫਿਰ ਵੀ ਦੂਜੀ ਵਾਰ ਉਹ ਆਪਣੇ ਸ਼ਹਿਜ਼ਾਦੇ ਨੂੰ, ਜਿਹਦੀ ਉਮਰ ਬੜੀ ਛੋਟੀ ਆ, ਇੱਕ ਬੱਚੇ ਦੇ ਹੱਥ ਪੈਗਾਮ ਭੇਜਦਾ ਹੈ। ਸਤਿਗੁਰ ਘਰ ਕੋ ਸ਼ਬਦ ਲਖੀਜੈ, ਇਸ ਕਰਕੇ ਇਸ ਆਏ ਹੋਏ ਸ਼ਹਿਜ਼ਾਦੇ ਦਾ ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਨਹੀਂ ਮਿਲਣ ਜਾ ਸਕਦੇ, ਅਸੀਂ ਹੁਣ ਇੱਕ ਸ਼ਬਦ ਲਿਖ ਕੇ ਭੇਜਾਂਗੇ। ਉਹ ਬਾਦਸ਼ਾਹ ਔਰੰਗਜ਼ੇਬ ਪੜ੍ਹ ਲਵੇ ਹਿਰਦੇ ਦੇ ਵਿੱਚ। ਪਠੋ ਵਿਚਾਰੋ ਹਿਰਦੇ ਤਰੀਜੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਇਹਨੂੰ ਪੜ੍ਹੋ, ਇਹਨੂੰ ਵਿਚਾਰੋ, ਹਿਰਦੇ ਦੇ ਵਿੱਚ ਸ਼ਹਿਜ਼ਾਦਾ ਜੀ ਧਾਰਨ ਕਰਨਾ ਇਸ ਨੂੰ। ਚਲੋ ਪੰਥ ਤਿਸ ਸਭ ਮੋ ਸੁਖ ਪਾਵੋ, ਇਸ ਮਾਰਗ ਤੇ ਚੱਲ ਕੇ ਸੁੱਖ ਪਾਉਣਾ। ਜਨਮ ਮਰਨ ਦੇ ਨਾਲ ਜਿਹੜੇ ਬੰਧਨਾਂ ਦੇ ਵਿੱਚ ਇਨਸਾਨ ਪੈਂਦਾ ਹੁੰਦਾ ਹੈ। ਜਨਮ ਮਰਨ ਕੋ ਕਸ਼ਟ ਮਟਾਵੋ, ਇਹ ਜਿਹੜੇ ਕਸ਼ਟ ਹੁੰਦੇ ਨੇ, ਵਾਰ-ਵਾਰ ਜਨਮ ਹੋਣਾ ਜਾਂ ਮਰਨ ਹੋਣਾ, ਇਹ ਕੱਟੇ ਜਾਂਦੇ ਨੇ ਸ਼ਬਦ ਦੇ ਚੱਲ ਕੇ, ਸ਼ਬਦਾਂ ਦੀ ਕਮਾਈ ਕਰਕੇ। ਇਮ ਕੈ ਸਤਿਗੁਰ ਸ਼ਬਦ ਉਚਾਰਾ, ਇਵੇਂ ਕਹਿ ਕੇ ਗੁਰੂ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਜਿਹੜਾ ਸੀ ਉਚਾਰਨ ਕੀਤਾ ਹੈ। ਨਵੀਂ ਸਿੰਧ ਸੁਣ ਲਿਖਿਓ ਤਿਆਰਾ, ਲਿਖਾਰੀ ਫਿਰ ਉਹਨੂੰ ਤਿਆਰ ਕੀਤਾ ਹੈ। ਲਿਖਾਰੀ ਨੂੰ ਆਖਿਆ ਜਿਵੇਂ ਜਿਵੇਂ ਅਸੀਂ ਉਚਾਰਾਂਗੇ ਤਿਵੇਂ ਤਿਵੇਂ ਲਿਖ ਕੇ ਦੇ ਦੇਣਾ ਹੈ। ਸ਼੍ਰੀ ਨਾਨਕ ਕੀਰ ਬਨਾਇਓ, ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆ ਜਿਹੜਾ ਉਹਨਾਂ ਨੇ ਭਾਈ ਮਰਦਾਨਾ ਜੀ ਦੇ ਨਾਲ ਗਾਇਆ ਸੀ। ਬੀਚ ਪਾਰਸੀ ਕੇ ਲਿਖਵਾਇਓ, ਤੇ ਫਾਰਸੀ ਦੇ ਵਿੱਚ ਲਿਖਵਾਇਆ ਹੈ। ਗੁਰੂ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਦਸ਼ਾਹ ਨੂੰ ਭੇਜਣ ਵਾਸਤੇ। ਸ਼੍ਰੀ ਮੁਖ ਬਾਕ ਕਿਆ ਖਾਦੇ ਕਿਆ ਪੈਂਦੇ ਹੋਏ, ਗੁਰੂ ਸਾਹਿਬ ਜੀ ਫਿਰ ਸ਼ਬਦ ਉਚਾਰਨ ਲੱਗੇ, ਕਹਿਣ ਲੱਗੇ ਕਿਆ ਖਾਧੈ ਕਿਆ ਪੈਦਾ ਹੋਏ। ਹੇ ਬਾਦਸ਼ਾਹ ਔਰੰਗਜ਼ੇਬ ਸੁਣੋ, ਖਾਣ ਤੇ ਪਹਿਨਣ ਨਾਲ ਕੀ ਹੁੰਦਾ ਹੈ। ਜਾਂ ਮਨ ਨਾਹੀ ਸੱਚਾ ਸੋਏ, ਜਦੋਂ ਤੱਕ ਉਹ ਸੱਚਾ ਮਾਲਕ ਪ੍ਰਭੂ ਜਿਹੜਾ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸਦਾ, ਚੰਗਾ ਖਾਣ ਚੰਗਾ ਪਹਿਨਣ ਨਾਲ ਕੀ ਹੋ ਜਾਂਦਾ ਹੈ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕੀ ਫਲ ਕੀ ਘਿਓ ਤੇ ਕੀ ਗੁੜ ਮਿੱਠਾ, ਇਹ ਆਦਿਕ ਛਕਣ ਦੇ ਨਾਲ। ਕਿਆ ਮੈਦਾ ਕਿਆ ਮਾਸ, ਕੀ ਆਟਾ ਤੇ ਕੀ ਮਾਸ ਦਾ ਸੇਵਨ ਜਿਹੜਾ ਤੁਸੀਂ ਕਰਦੇ ਹੋ। ਕਿਆ ਕੱਪੜ ਕਿਆ ਸੇਜ ਸੁਖਾਲੀ, ਕੀ ਹੈ ਸੁੰਦਰ ਪੋਸ਼ਾਕ ਤੇ ਕੀ ਹੈ ਸੁਖਦਾਈ ਪਲੰਗ। ਕੀਜੈ ਭੋਗ ਬਲਾਸ, ਜਿਸ ਦੇ ਉੱਪਰ ਤੂੰ ਰੰਗ ਰਲੀਆਂ ਮਾਣਦਾ ਹੈ, ਰੰਗ ਜਿਵੇਂ ਸਭ ਤੇਰੇ ਕੋਲੇ ਆ। ਖਾਣਾ ਵੀ ਚੰਗਾ, ਪਹਿਨਣਾ ਵੀ ਚੰਗਾ, ਫਲ ਘਿਓ ਮਿੱਠਾ ਗੁੜ ਸੋਹਣਾ ਪਲੰਗ ਸਭ ਤੇਰੇ ਕੋਲ ਹੈ। ਕਿਆ ਲਸਕਰ ਕਿਆ ਨੇਬ ਖਵਾਸੀ, ਉਹ ਫੌਜ ਦਾ ਹੀ ਕੀ ਲਾਭ, ਭਾਵੇਂ ਤੇਰੇ ਕੋਲ ਬੜੀ ਫੌਜ ਆ, ਚੌਬਦਾਰਾਂ ਨੌਕਰਾਂ ਦਾ ਕੀ ਫਾਇਦਾ ਹੁੰਦਾ ਹੈ। ਆਵੈ ਮਹਿਲੀ ਵਾਸ, ਮਹਿਲਾਂ ਵਿੱਚ ਬਸਣ ਦਾ ਵੀ ਕੀ ਲਾਭ ਹੁੰਦਾ ਹੈ ਜੇਕਰ
ਦਿਲ ਵਿੱਚ ਪਰਮਾਤਮਾ ਦੀ ਯਾਦ ਹੀ ਨਾ ਹੋਵੇ, ਸਭ ਚੀਜ਼ਾਂ ਫਜ਼ੂਲ ਹੋ ਜਾਂਦੀਆਂ ਹਨ ਜੀ। ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਟੋਲ ਬਨਾਸ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਸਾਰੀਆਂ ਚੀਜ਼ਾਂ ਇਹ ਨਾਸਵੰਤ ਨੇ। ਜੇ ਇਹ ਸਭ ਕੁਝ ਹੋ ਕੇ ਵੀ ਪਰਮਾਤਮਾ ਦੀ ਯਾਦ ਨਹੀਂ ਆਉਂਦੀ ਤਾਂ ਇਹ ਸਾਰੀਆਂ ਚੀਜ਼ਾਂ ਮਿੱਟੀ ਨੇ। ਚੰਗਾ ਖਾਣਾ, ਚੰਗਾ ਪਹਿਨਣਾ, ਇਹ ਸਭ ਕੁਝ ਕੀ ਫਲ, ਕੀ ਘਿਓ, ਕੀ ਮਿੱਠਾ, ਕੀ ਗੁੜ, ਕੀ ਆਟਾ, ਕੀ ਮਾਸ, ਕੀ ਸੋਹਣਾ ਪਲੰਗ, ਕੀ ਫੌਜ, ਕੀ ਚੌਕੀਦਾਰ, ਕੀ ਪਹਿਰੇਦਾਰ, ਕੀ ਮਹਿਲ, ਜੇ ਸਭ ਕੁਝ ਹੋਵੇ ਪਰ ਰੱਬ ਦੀ ਯਾਦ ਨਾ ਹੋਵੇ ਦਿਲ ਦੇ ਅੰਦਰ, ਉਹ ਬੰਦਾ ਮੂਰਖ ਹੈ। ਤੇ ਔਰੰਗਜ਼ੇਬ ਤੇਰੇ ਕੋਲ ਸਭ ਕੁਝ ਆ ਪਰ ਤੇਰੇ ਕੋਲ ਨਾਮ ਨਹੀਂ, ਇਸ ਕਰਕੇ ਤੇਰੇ ਨਾਲ ਮੇਲੇ ਨਹੀਂ ਹੋ ਸਕਦੇ ਹਨ। ਚੌਪਈ ਸ੍ਰੀ ਮੁਖ ਤੇ ਕੈ ਸ਼ਬਦ ਲਿਖਾਇਓ। ਗੁਰੂ ਮਹਾਰਾਜ ਨੇ ਮੁਖ ਤੋਂ ਕਹਿ ਕੇ ਸ਼ਬਦ ਲਿਖਵਾਇਆ। ਲਿਖਾਰੀ ਨੇ ਲਿਖਿਆ ਫਾਰਸੀ ਦੇ ਵਿੱਚ। ਬਿਨਾ ਸਤ ਨਾਮ ਬਰਾਗ ਜਨਾਇਓ। ਸਤਨਾਮ ਤੋਂ ਬਿਨਾ ਗੁਰੂ ਸਾਹਿਬ ਜੀ ਕਹਿਣ ਲੱਗੇ ਸਭ ਕੁਝ ਨਾਸਵਾਨ ਹੈ। ਸਾਰੀਆਂ ਚੀਜ਼ਾਂ ਦੀ ਉਮਰ ਆ ਜੋ ਦੇਖ ਰਹੇ ਆ ਘਟ ਜਾਣਗੀਆਂ, ਮਿਟ ਜਾਣਗੀਆਂ, ਫਨਾ ਹੋ ਜਾਣਗੀਆਂ ਇੱਕ ਦਿਨ। ਸਭ ਤੂਸ਼ਨ ਹੋਏ ਬਾਕ ਸੁਨੰਤੇ। ਜਦੋਂ ਗੁਰੂ ਜੀ ਨੇ 8 ਵਰ੍ਹਿਆਂ ਦੀ ਉਮਰ ਵਿੱਚ ਇਹ ਸ਼ਬਦ ਸੁਣਾਇਆ, ਸਾਰਿਆਂ ਨੇ ਬੜੇ ਧਿਆਨ ਦੇ ਨਾਲ ਸੁਣਿਆ। ਸਭਾ ਦੇ ਵਿੱਚ ਗਿਰਾ ਮਦਰ ਤੇ ਧਨ ਪਨੰਤੇ। ਮਿੱਠੀ ਆਵਾਜ਼ ਸੁਣ ਕੇ ਸਾਰੇ ਕਹਿੰਦੇ ਧੰਨ ਧੰਨ ਗੁਰੂ ਜੀ। ਉਮਰ ਭਾਵੇਂ ਪੌਣੇ 8 ਵਰ੍ਹਿਆਂ ਦੀ ਆ ਪਰ ਗਿਆਨ ਕਿੰਨਾ ਹੈ ਸਾਹਿਬ ਜੀ ਨੂੰ। ਦਿਓ ਸਦਾਦੇ ਕੋ ਸਿਰ ਪਾਏ। ਫਿਰ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ, ਸ਼ਹਿਜ਼ਾਦਾ ਸੀ, ਉਹਨੂੰ ਸਰੂਪਾ ਵੀ ਮਹਾਰਾਜ ਨੇ ਦਿੱਤਾ ਕਿ ਉਹ ਚੱਲ ਕੇ ਆਇਆ। ਉਹ ਤਾਂ ਇੱਕ ਬਾਲਕ ਸੀ, ਉਹਦੀ ਉਮਰ ਗੁਰੂ ਸਾਹਿਬ ਜੀ ਦੇ ਬਰਾਬਰ ਹੀ ਸੀ। ਉਹ ਵੀ 8 ਵਰ੍ਹਿਆਂ ਦਾ ਸੀ। ਉਹ ਤਾਂ ਨਿਆਣਾ ਸੀ ਨਾ, ਉਹਨੂੰ ਕੀ ਪਤਾ ਇਹਨਾਂ ਗੱਲਾਂ ਦਾ। ਮਹਾਰਾਜ ਨੇ ਉਹਦਾ ਤਾਂ ਸਤਿਕਾਰ ਕੀਤਾ, ਉਹਨੂੰ ਸਰੂਪਾ ਦਿੱਤਾ ਹੈ। ਮਦਰ ਪ੍ਰਸਾਦ ਦੀਨ ਮਗਵਾਏ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇੱਕ ਮਿੱਠਾ ਪ੍ਰਸ਼ਾਦ ਲਿਆਓ, ਉਹ ਵੀ ਮੰਗਵਾ ਕੇ ਦੇ ਦਿੱਤਾ ਉਸ ਬੱਚੇ ਨੂੰ। ਸਾਦਰ ਤਬ ਰੁਕ ਸੰਦ ਕੋ ਕਰੇ। ਉਹ ਆਇਆਂ ਹੋਇਆਂ ਦਾ ਸਤਿਕਾਰ ਕੀਤਾ, ਬੜੇ ਆਦਰ ਨਾਲ ਸਭ ਨੂੰ ਵਿਦਾ ਕੀਤਾ। ਪਰ ਮਹਾਰਾਜ ਕਹਿੰਦੇ ਔਰੰਗਜ਼ੇਬ ਨੂੰ ਨਹੀਂ ਮਿਲਣਾ ਕਦੇ ਵੀ ਅਸੀਂ। ਨਕਸੇ ਔਰ ਪ੍ਰਸੰਨਤਾ ਧਰੇ। ਆਇਆਂ ਹੋਇਆਂ ਦੀ ਖੂਬ ਖਾਤਰਦਾਰੀ ਕਰਕੇ ਫਿਰ ਬਾਹਰ ਵਿਦਾ ਕੀਤਾ ਗੁਰੂ ਜੀ ਨੇ ਉਹਨਾਂ ਨੂੰ। ਅੱਗੇ ਸਾਹੋ ਟਿਗ ਬੈਠੇ ਜਾਏ। ਫਿਰ ਉਹ ਚੱਲ ਚੱਲ ਕੇ ਫਿਰ ਬਾਦਸ਼ਾਹ ਦੇ ਕੋਲ ਪਹੁੰਚ ਗਏ। ਗੁਰੂ ਜੀ ਦੇ ਪਾਸੋਂ ਚੱਲ ਕੇ ਜਾਣਾ ਕੀਤਾ ਹੈ। ਸਭ ਪ੍ਰਸੰਗ ਤੈ ਕਿਹੋ ਸੁਣਾਏ। ਸਾਰਾ ਪ੍ਰਸੰਗ ਉਹਨਾਂ ਨੂੰ ਕਹਿ ਕੇ ਸੁਣਾਇਆ ਹੈ। ਸ਼ਬਦ ਲਿਖਿਓ ਨੇ ਕਰ ਮੈਂ ਸਾਹੂ। ਬਾਦਸ਼ਾਹ ਫਿਰ ਹੱਥ ਵਿੱਚ ਲਿਖਿਆ ਹੋਇਆ ਸ਼ਬਦ ਫੜਦਾ ਔਰੰਗਜ਼ੇਬ ਤੇ ਪੜਦਾ ਹੈ ਬੜੇ ਉਤਸ਼ਾਹ ਦੇ ਨਾਲ। ਪਠਨ ਲੱਗਿਓ ਚਿਤ ਧਾਰ ਅਮਾਹੂ। ਉਹਨੂੰ ਇਹ ਹੈ ਕਿ ਪਤਾ ਨਹੀਂ ਕੀ ਸ਼ਬਦ ਲਿਖਿਆ ਹੋਵੇਗਾ, ਇਹ ਚਿੱਤ ਦੇ ਵਿੱਚ ਪੜਨਾ ਕੀਤਾ ਹੈ ਉਸਨੇ। ਸਤਨਾਮ ਕੀ ਮਹਿਮਾ ਮਹਾ। ਸਤਨਾਮ ਦੀ ਜਿਹੜੀ ਮਹਿਮਾ ਹੈ ਨਾ ਬਹੁਤ ਵੱਡੀ ਆ। ਉਹ ਸ਼ਬਦ ਵਿੱਚ ਕੀ ਲਿਖਿਆ ਸੀ ਕਿ ਸਤਨਾਮ ਤੋਂ ਬਿਨਾ ਸਾਰੀਆਂ ਚੀਜ਼ਾਂ ਨਾਸਵੰਤ ਹੁੰਦੀਆਂ ਹਨ। ਬਿਨਾ ਸਿਮਰੇ ਵਿਸਿਏ ਸੁਖ ਕਹਾਂ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਵਿਸ਼ਿਆਂ ਵਿੱਚ ਕਿਸੇ ਪ੍ਰਕਾਰ ਦਾ ਵੀ ਸੁੱਖ ਨਹੀਂ ਹੋ ਸਕਦਾ ਹੈ। ਮਿਥਿਆ ਸਭ ਜਗ ਕੀ ਵਡਿਆਈ। ਸਾਰੀ ਦੁਨੀਆ ਦੀ ਵਡਿਆਈ ਝੂਠੀ ਆ। ਬਿਨਾ ਨਾਮ ਨੇ ਥਿਰਤਾ ਪਾਈ। ਨਾਮ ਤੋਂ ਬਿਨਾ ਕਿਸ ਨੇ ਸਦਾ ਵਾਲਾ ਆਨੰਦ ਪਾਇਆ ਹੈ। ਹਰ ਖਿਓ ਰੇ ਅਬ ਰੰਗ ਲਖ ਸਾਚੀ। ਨੌਰੰਗਾ ਜਿਹੜਾ ਔਰੰਗਜ਼ੇਬ ਸੀ, ਸੱਚੀ ਗੱਲ ਸਮਝ ਕੇ ਦਿਲ ਵਿੱਚ ਬੜਾ ਪ੍ਰਸੰਨ ਹੋਇਆ। ਉਹਨੂੰ ਲੱਗਾ ਵਾਕਈ ਗੁਰੂ ਜੀ ਨੇ ਸੱਚ ਆਖਿਆ ਹੈ। ਸ਼ਬਦ ਪ੍ਰਭਾਵ ਵਿਖੇ ਬੁੱਧ ਰਾਚੇ। ਉਹ ਸ਼ਬਦ ਦਾ ਜਿਹੜਾ ਲਿਖਿਆ ਸੀ ਫਾਰਸੀ ਵਿੱਚ ਸੀ, ਬੜਾ ਪ੍ਰਭਾਵ ਪਾ ਦਿੱਤਾ ਉਸ ਸ਼ਬਦ ਨੇ ਦਿਲ ਤੇ। ਨੈ ਆਵਨ ਕੋ ਹੇਤ ਸੁਣਾਇਓ। ਇਵੇਂ ਫਿਰ ਪਰ ਜਦੋਂ ਦੇਖਿਆ ਵੀ ਆਉਣ ਜਾਂ ਨਾ ਆਉਣ ਬਾਰੇ ਵੀ ਸਭ ਕੁਝ ਨਹੀਂ ਸੁਣਾਇਆ,
ਤਾਂ ਇਹ ਸੁਣ ਕੇ ਤੇ ਗੁਰੂ ਮਹਾਰਾਜ ਦੇ ਪ੍ਰਤੀ ਰੋਸ ਵੀ ਆ ਗਿਆ ਦਿਲ ਦੇ ਵਿੱਚ। ਰਿਸਿਓ ਪ੍ਰਾਤ ਪਾਤਰ ਮਤ ਸਰਤ ਪਤਾਇਓ। ਫਿਰ ਸਹਿਜਾਦੇ ਨੇ ਦੱਸਿਆ ਕਿ ਗੁਰੂ ਸਾਹਿਬ ਸਾਨੂੰ ਤਾਂ ਬੜੇ ਪਿਆਰ ਨਾਲ ਮਿਲੇ ਨੇ ਪਿਤਾ ਜੀ, ਪਰ ਤੁਹਾਡੇ ਕੋਲ ਨਹੀਂ ਆਉਣਾ ਉਹਨਾਂ ਨੇ ਕਦੇ ਵੀ। ਉਹ ਵੀ ਸ਼ਹਿਜ਼ਾਦਾ ਵੀ ਬੱਚਾ ਹੀ ਸੀ ਤੇ ਬੱਚੇ ਹਮੇਸ਼ਾ ਸੱਚ ਬੋਲਦੇ ਨੇ। ਜਿਵੇਂ ਸੁਨੇਹਾ ਦਿੱਤਾ ਸੀ ਤਿਉਂ ਆ ਕੇ ਦੇ ਦਿੱਤਾ। ਕਹਿੰਦੇ ਗੁਰੂ ਜੀ ਨੇ ਕਦੇ ਨਹੀਂ ਆਉਣਾ ਤੁਹਾਨੂੰ ਮਿਲਣ। ਜਦੋਂ ਇਹ ਸੁਣਿਆ ਤੇ ਗੁੱਸਾ ਬਹੁਤ ਆਇਆ ਔਰੰਗਜ਼ੇਬ ਨੂੰ, ਹੰਕਾਰ ਦੇ ਨਾਲ ਤਪ ਉੱਠਿਆ। ਫਿਰ ਸਭ ਗੁਣ ਮੈਂ ਗੌਰਵ ਪਹਿਚਾਨੈ। ਇਵੇਂ ਫਿਰ ਪਛਾਣ ਲਿਆ ਕਿ ਗੁਣਾਂ ਦੇ ਵਿੱਚ ਗੁਰੂ ਜੀ ਵੱਡੇ ਨੇ, ਭਾਵ ਸਭ ਕੁਝ ਜਾਣ ਲੈਂਦੇ ਹਨ ਬਿਨਾਂ ਦੱਸੇ ਹੀ। ਬਾਲ ਬੈਸ ਬੁੱਧ ਬਲੀ ਮਹਾਨ। ਪਰ ਬੁੱਧੀ ਇਹਨਾਂ ਦੀ ਬੜੀ ਬਲਵਾਨ ਆ, ਉਮਰ ਭਾਵੇਂ ਨਿਆਣੀ ਛੋਟੀ ਲੱਗਦੀ ਹੈ। ਇਨ ਸੋ ਮੇਲ ਕਰਨ ਹੱਠ ਧਰ ਕੇ। ਇਵੇਂ ਕਹਿੰਦੇ ਹੱਠ ਕਰਕੇ ਜਿਹੜਾ ਇਹਨਾਂ ਦੇ ਨਾਲ ਮੇਲ ਕਰਨਾ ਚਾਹਿਆ ਸੀ, ਜਿੱਦ ਕਰਨੀ ਸੀ ਗੁਰੂ ਨੂੰ ਮਿਲ ਕੇ ਰਹਾਂਗਾ, ਇਹ ਗੱਲ ਚੰਗੀ ਨਹੀਂ ਹੁੰਦੀ ਹੈ। ਨੈਣੀ ਕੀ ਮੁਝ ਲੱਗੀ ਵਿਚਾਰ ਕੇ। ਇਸ ਕਰਕੇ ਫਿਰ ਬਾਦਸ਼ਾਹ ਵੀ ਸਮਝ ਗਿਆ ਕਿ ਜਿੱਦ ਦੇ ਨਾਲ ਗੁਰੂ ਨੂੰ ਨਹੀਂ ਬੁਲਾਇਆ ਜਾ ਸਕਦਾ। ਔਰੰਗਜ਼ੇਬ ਨੇ ਸਾਰੇ ਤਰੀਕੇ ਅਪਣਾਏ। ਜਿਵੇਂ ਬਾਬਾ ਰਾਮ ਰਾਏ ਜੀ ਨੂੰ ਕੋਲ ਰੱਖਿਆ, ਤਿਵੇਂ ਗੁਰੂ ਹਰਿਕ੍ਰਿਸ਼ਨ ਨੂੰ ਵੀ ਕੋਲ ਰੱਖਾਂਗਾ। ਦੋਹਰਾ ਪੁਨ ਮਿਲ ਦੇ ਕੋ ਸਾਹੂ ਨੇ ਹਟ ਕਰ ਪਾਖਿਓ ਨਾਹੇ। ਮਨ ਮੈਂ ਅਸ ਨਿਸ਼ਚੈ ਕਰਿਓ ਕਹਿਓ ਨਾ ਪਰੇ ਪਾਹੇ। ਬਾਦਸ਼ਾਹ ਨੇ ਫਿਰ ਕਦੇ ਵੀ ਦੁਆਰਾ ਮਿਲਣ ਦੀ ਜਿੱਦ ਨਹੀਂ ਕੀਤੀ, ਭਾਵ ਕਿ ਐਸਾ ਕਰ ਲਿਆ ਨਿਸ਼ਚਾ ਕਿ ਗੁਰੂ ਜੀ ਨਹੀਂ ਆਉਣਗੇ। ਪਤਾ ਲੱਗ ਗਿਆ, ਉਹ ਜਿਹੜਾ ਸ਼ਬਦ ਸੀ ਉਹਦੇ ਤੋਂ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਜੀ ਲਈ ਸਿਰਫ ਤੇ ਸਿਰਫ ਨਾਮ ਸਿਮਰਨ ਤੇ ਉਹਦੀ ਮਹਿਮਾ ਵੱਡੀ ਆ। ਮੇਰੇ ਕੋਲ ਭਾਵੇਂ ਫੌਜ ਆ, ਭਾਵੇਂ ਸੋਹਣਾ ਪਲੰਘ ਆ, ਭਾਵੇਂ ਮਹਿਲ ਆ, ਇਹਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਮੈਂ ਨਹੀਂ ਸੱਦ ਸਕਦਾ। ਕਿ ਆਪਣੀ ਜ਼ੋਰ ਦਿਖਾ ਕੇ, ਆਪਣਾ ਇਹ ਜ਼ੋਰ ਦਿਖਾ ਕੇ ਕਦੇ ਵੀ ਗੁਰੂ ਜੀ ਨੂੰ ਮੈਂ ਨਹੀਂ ਸੱਦ ਸਕਦਾ। ਤੇ ਇਸ ਕਰਕੇ ਫਿਰ ਉਹਨੇ ਜਿੱਦ ਜੀ ਜਿਹੜੀ ਸੀ ਤਿਆਗ ਦਿੱਤੀ ਆ। ਕਵੀ ਜੀ ਕਹਿਣ ਲੱਗੇ ਕਿ ਗੁਰੂ ਜੀ ਨੂੰ ਨਹੀਂ ਐਵੇਂ ਬੁਲਾਇਆ ਜਾਣਾ, ਉਹਨਾਂ ਦੀ ਮਰਜ਼ੀ ਆ ਆਉਣ ਜਾਂ ਨਾ ਆਉਣ। ਇਸ ਕਰਕੇ ਸ਼ਹਿਜ਼ਾਦੇ ਨੂੰ ਸਰੂਪਾ ਦਿੱਤਾ, ਮਿੱਠਾ ਪ੍ਰਸ਼ਾਦ ਮੰਗਵਾ ਕੇ ਦਿੱਤਾ, ਬੜੇ ਆਦਰ ਨਾਲ ਬਿਠਾਇਆ, ਬੜੇ ਆਦਰ ਨਾਲ ਵਿਦਾ ਕੀਤਾ। ਇਹ ਗੁਰੂ ਸਾਹਿਬ ਜੀ ਨੇ ਐਸਾ ਕੀਤਾ, ਉਹ ਬੱਚੇ ਦਾ ਸਹਿਜਾਦੇ ਦਾ ਮਾਣ ਸਤਿਕਾਰ। ਤਾਂ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਤ ਦੀ ਚਿੱਠੀ ਲਿਖੀ ਸੀ ਜ਼ਫਰਨਾਮਾ, ਤੇ ਉਹ ਵੀ ਫਾਰਸੀ ਦੇ ਵਿੱਚ, ਤੇ ਗੁਰੂ ਸਾਹਿਬ ਜੀ ਦੀ ਜਿੱਤ ਦੀ ਚਿੱਠੀ ਸੀ। ਤਾਂ ਉੱਦਾਂ ਹੀ 8ਵੇਂ ਜਾਮੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਨੇ ਇੱਕ ਬਿਲਕੁਲ ਛੋਟਾ ਜਿਹਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਇਹ ਫਾਰਸੀ ਵਿੱਚ ਲਿਖ ਕੇ ਭੇਜਿਆ ਸੀ। ਇਹ 10ਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਵੀ 8ਵੇਂ ਪਾਤਸ਼ਾਹ ਜੀ ਨੇ ਇੱਕ ਸ਼ਬਦ ਭੇਜਿਆ ਸੀ, ਜਿਹਦਾ ਨਿਚੋੜ ਇਹ ਸੀ ਕਿ ਔਰੰਗਜ਼ੇਬ ਤੇਰੇ ਕੋਲ ਚੰਗਾ ਖਾਣ ਲਈ ਹੈ, ਚੰਗਾ ਪਹਿਨਣ ਲਈ ਹੈ, ਤੇਰੇ ਕੋਲ ਫਲ ਆ, ਤੇਰੇ ਕੋਲ ਘਿਓ ਆ, ਮਿੱਠਾ ਗੁੜ ਆ, ਆਟਾ ਤੇ ਮਾਸ ਵੀ ਆ ਖਾਣ ਲਈ, ਸੁੰਦਰ ਪਲੰਘ ਵੀ ਆ, ਫੌਜ ਵੀ ਆ, ਨੌਕਰ ਵੀ ਆ, ਚਾਕਰ ਵੀ ਆ, ਮਹਿਲ ਵੀ ਆ, ਪਰ ਤੇਰੇ ਦਿਲ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ। ਜੇ ਇਹ ਨਹੀਂ, ਪ੍ਰਮਾਤਮਾ ਦੀ ਯਾਦ ਨਹੀਂ, ਦਇਆ ਨਹੀਂ, ਤਾਂ ਕੱਖ ਵੀ ਨਹੀਂ। ਇਹ ਸਭ ਕੁਝ ਹੋ ਕੇ ਕੁਝ ਵੀ ਨਹੀਂ, ਕਿਉਂਕਿ ਸਭ ਕੁਝ ਨਾਸਵਾਨ ਆ। ਪ੍ਰਮਾਤਮਾ ਦਾ ਨਾਮ ਸਦਾ ਸਦੀਵੀ ਆ, ਜਿਹੜਾ ਸਦਾ ਰਹਿਣ ਵਾਲਾ ਉਹ ਤੇਰੇ ਕੋਲ ਨਹੀਂ। ਜਿਹੜੀਆਂ ਚੀਜ਼ਾਂ ਖਤਮ ਹੋਣੀਆਂ ਉਹ ਤੇਰੇ ਕੋਲੇ ਆ, ਤਾਂ ਕਰਕੇ ਨਹੀਂ ਤੈਨੂੰ ਮਿਲਣਾ। ਭਾਵ ਤੂੰ ਇਤਨਾ ਕਾਲਾ ਹੈ, ਇਤਨਾ ਕਾਲਾ ਅੰਦਰੋਂ। ਇੱਕ ਸੂਰਜ ਹੋਵੇ, 2 ਹੋਵੇ, 3 ਹੋਣ, ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ, ਚਿੱਟੀਆਂ ਨਹੀਂ ਹੁੰਦੀਆਂ। ਤੈਨੂੰ ਮਿਲ ਕੇ ਕੋਈ ਫਾਇਦਾ ਨਹੀਂ। ਤਾਂ ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਦੇ ਬਚਨ ਨੇ, ਉਹਨਾਂ ਤੇ ਫੁੱਲ ਚੜਾਉਣੇ ਆ। ਤੂੰ ਆਪਣਾ ਪੁੱਤਰ ਭੇਜਿਆ, ਉਹਦਾ ਮਹਾਰਾਜ ਨੇ ਸਤਿਕਾਰ ਕੀਤਾ, ਸਿਰੋਂ ਪਾਉ ਦਿੱਤਾ। ਸਿਰੋਂ ਪਾਉ ਦਾ ਮਤਲਬ ਇਹਦਾ ਅਸੀਂ ਸਤਿਕਾਰ ਕੀਤਾ। ਇਹਦਾ ਆਏ ਨੂੰ ਮਹਾਰਾਜ ਨੇ ਮੁੱਖ ਤੋਂ ਮਾੜੇ ਬਚਨ ਨਹੀਂ ਕਹੇ। ਉਹ ਨਿਆਣਾ ਸੀ ਸ਼ਹਿਜ਼ਾਦਾ, ਉਹਦਾ ਸਤਿਕਾਰ ਕੀਤਾ, ਨਾਲ ਆਏ ਵਜ਼ੀਰਾਂ ਦਾ ਵੀ ਸਤਿਕਾਰ ਕੀਤਾ। ਪਰ ਔਰੰਗਜ਼ੇਬ ਨੂੰ ਨਹੀਂ ਮਿਲਣਾ। ਕਾਹਤੋਂ?
ਨੈ ਮਲੇਸ਼ ਕੋ ਦਰਸ਼ਨ ਦੇ ਹੈ। ਉਹ ਮਲੇਸ਼ ਆ, ਉਹਨੂੰ ਨਹੀਂ ਦਰਸ਼ਨ ਦੇਣੇ। ਤੇ ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਕਿ ਜੈਦਬਾਜੀ ਨਾਲ ਨਹੀਂ ਗੁਰੂ ਨੂੰ ਸੱਦਿਆ ਜਾ ਸਕਦਾ ਭਾਈ, ਇਹ ਤਾਂ ਦਿਲ ਵਿੱਚ ਪ੍ਰੇਮ ਹੋਊਗਾ ਤੇ ਆਉਣਗੇ, ਨਹੀਂ ਆਉਣਗੇ ਮਹਾਰਾਜ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਕੀਤੀ ਹੋਈ ਇਤਿਹਾਸ ਦੀ ਵਿਚਾਰ ਹਿਰਦਿਆਂ 'ਚ ਵਸੇ। ਇਹ ਵਾਲੇ ਇਤਿਹਾਸ ਨੂੰ ਅਸੀਂ ਵਰਤਮਾਨ ਜ਼ਿੰਦਗੀ 'ਚ ਲਿਆ ਕੇ ਇਹਦੇ ਤੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਨੂੰ ਉੱਚਾ ਚੁੱਕੀਏ, ਉੱਚੇ ਚਰਿੱਤਰ ਵਾਲੇ ਬਣੀਏ, ਉੱਚੇ ਇਖਲਾਕ ਵਾਲੇ ਬਣੀਏ, ਆਪਦੇ ਆਪ ਨੂੰ ਘੜੀਏ। ਗੁਰੂ ਸਾਹਿਬ ਮਿਹਰਾਂ ਕਰਨ। ਅਖੀਰਲੀ ਪੰਕਤੀ ਪੜ੍ਹ ਕੇ ਫਤਿਹ ਬੁਲਾਈਏ ਜੀ। ਪੁੰਨ ਮਿਲਵੇ ਕੋ ਸ਼ਾਹੇ ਨੇ, ਹਟ ਕਰ ਪਾਖਿਓ ਨਾਹੀਂ। ਮਨ ਮੈਂ ਅਸ ਨਿਸ਼ਚੈ ਕਰਿਓ, ਕਹਿਓ ਨਾ ਪਰੈ ਪਾਹੇ, ਕਹਿਓ ਨਾ ਪਰੈ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।